अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, लाहौर के इलाका कोट लखपत में नौमौलूद 6 घंटे की बच्ची को अगवा कर लिया गया। वो बच्ची को किसने और क्यों अगवा किया और पुलिस ने बच्ची को कैसे बाजियाब करवाया, ये बताएंगे आज के प्रोग्राम तफ्तीशी में। नाजरीन, कोट लखपत इन्वेस्टिगेशन पुलिस ने नौमौलूद बच्ची को अगवा में मुलव्विस मुल्ज़मा खातून आसिया बीबी को और उसके भतीजे को गिरफ्तार किया है। आसिया की ज़ुबानी ही जानते हैं इसने नौमौलूद जो बच्ची थी उससे कैसे अगवा किया, क्यों अगवा किया और किस तरह ये आखिरकार गिरफ्तार हो गई। की कर दे ਹਾਊਸ ਵਾਈਫ ਹੋ ਸ਼ੋਹਰ ਕੀ ਕਰਦੇ ਨੇ ਤੁਹਾਡੇ? ਉਹਨਾਂ ਦੀ ਦੁਕਾਨ ਹੈ ਕਬੂਤਰਾਂ ਦੀ, ਚੁੰਗੀ ਤੇ ਪਰਿੰਦਿਆਂ ਦੀ ਦੁਕਾਨ ਹੈ। ਕਦੋਂ ਸ਼ਾਦੀ ਹੋਈ ਤੁਹਾਡੀ? 6 ਸਾਲ ਹੋ ਗਏ। 6 ਸਾਲ ਹੋ ਗਏ। ਔਲਾਦ ਨਹੀਂ ਹੋਈ? ਨਹੀਂ। ਅੱਛਾ, ਤੇ ਮਤਲਬ ਹੁਣ ਹੁੰਦੀ ਸੀ ਜਾਂ ਮਤਲਬ ਹੋਈ ਨਹੀਂ? ਹੁੰਦੀ ਸੀ ਤੇ ਜ਼ਾਇਆ ਹੋ ਜਾਂਦੀ ਸੀ 7 ਮਹੀਨਿਆਂ ਦੀ, 6 ਮਹੀਨਿਆਂ ਦੀ, 5 ਮਾਹ ਦੀ। ਅੱਛਾ, 3 ਦਫਾ ਵਾਕਿਆ ਹੋਇਆ ਲੇਕਿਨ ਨਹੀਂ ਔਲਾਦ ਹੋਈ। 3 ਵਾਰੀ ਵਾਕਿਆ ਹੋਇਆ, ਨਹੀਂ ਹੋਈ। ਤੇ ਫਿਰ ਕਦੋਂ ਸੋਚਿਆ ਕਿ ਤੁਸੀਂ ਬੱਚੀ ਅਗਵਾ ਕਰਕੇ ਤੇ ਆਪਣੀ ਹੀ ਬੱਚੀ ਬਣਾ ਕੇ ਉਹਨੂੰ ਪਾਲੋਗੇ? ਕਦੋਂ ਫੈਸਲਾ ਕੀਤਾ ਹੈ, ਕਦੋਂ ਪਲੈਨਿੰਗ ਕੀਤੀ ਕਿ ਹੁਣ ਬੱਚੀ ਅਗਵਾ ਕਰਨੀ ਹੈ ਜਾਂ ਬੱਚੀ ਕਿਸੇ ਦੀ? ਮਤਲਬ ਕਿ ਮੈਂ ਚੈੱਕਅਪ ਕਰਵਾਉਣ ਜਾਂਦੀ ਨਹੀਂ ਨਾ, ਹਾਂ, ਤੇ ਉੱਥੇ ਮਤਲਬ ਕਿ ਬੱਚੇ ਬੁੱਚੇ ਪੈਦਾ ਹੁੰਦੇ ਸੀ। ਤੇ ਮੈਂ ਸੋਚਿਆ ਕਿ ਮੈਨੂੰ ਨਹੀਂ ਅੱਲਾ ਦਿੰਦਾ, ਚਲ ਮੈਂ ਕਿਸੇ ਦਾ ਚੁੱਕ ਕੇ ਤੇ ਆਪਣੇ ਬੱਚਾ ਬਣਾ ਲਾਂਗੀ, ਬੱਚੀ ਹੋਵੇ ਜਾਂ ਬੱਚਾ ਜੋ ਵੀ ਅੱਲਾ ਦੇ ਦੇਵੇ। ਅੱਛਾ, ਇਹ ਕਦੋਂ ਸੋਚਿਆ? ਤਕਰੀਬਨ 15-20 ਦਿਨ ਪਹਿਲੇ। ਅੱਛਾ, 15-20 ਦਿਨ ਪਹਿਲੇ। ਆਪਣੇ ਸ਼ੋਹਰ ਨੂੰ ਵੀ ਕਿਹਾ? ਨਹੀਂ, ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਕੀ ਪਤਾ ਸੀ? ਉਹਨਾਂ ਨੂੰ ਪਤਾ ਸੀ ਕਿ ਇਹਨੂੰ 7ਵਾਂ ਮਾਹ ਹੈ। ਅੱਛਾ, 7ਵਾਂ ਮਾਹ ਹੈ। ਉਹ ਕਿਵੇਂ, ਮਤਲਬ ਸ਼ੋਹਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਤੁਹਾਨੂੰ 7ਵਾਂ ਮਾਹ ਹੈ? ਚੱਲ ਰਿਹਾ? ਹਾਂਜੀ, ਉਹਨਾਂ ਨੇ ਟੈਸਟ ਕੀਤੇ ਸੀ, ਅਲਟਰਾਸਾਊਂਡ ਵਗੈਰਾ ਕਰਾਈ ਸੀ। ਅੱਛਾ ਜੀ। ਤੇ ਕਦੋਂ ਉਹ ਬੱਚਾ ਜਿਹੜਾ ਜ਼ਾਇਆ ਹੋ ਗਿਆ? ਬਣੇਗਾ ਸੀ 7 ਮਹੀਨੇ ਦੇ 2-3 ਦਿਨ ਰਹਿੰਦੇ ਸੀ ਤੇ ਜ਼ਾਇਆ ਹੋ ਗਿਆ। ਅੱਛਾ, ਉਹ ਮੈਂ ਤਾਂ ਫਿਰ ਅਲਟਰਾਸਾਊਂਡ ਕਰਵਾਉਣ ਗਈ ਤੇ ਉਹ ਨਾ ਬੱਚੇ ਦਾ ਇਹਦੇ ਨਾਲ ਲੋਥੜਾ ਰਹਿ ਗਿਆ ਖੂਨ ਦਾ, ਤੇ ਉਹਨਾਂ ਨੇ ਕਿਹਾ ਬੱਚਾ ਨਹੀਂ ਹੈ, ਬਸ ਉਹ ਜਿਹੜਾ ਲੋਥੜਾ ਨਾ ਉਹ ਦਵਾਈ ਖਾਓਗੇ ਖਤਮ ਹੋ ਜਾਏ। ਸਹੀ ਹੈ, ਕੋਈ ਬਿਮਾਰੀ ਸ਼ੁਮਾਰੀ ਨਹੀਂ ਲੱਗੇਗੀ। ਠੀਕ ਹੈ। ਤੇ ਉਦੋਂ ਫਿਰ ਸੋਚ ਲਿਆ ਕਿ ਸ਼ੋਹਰ ਨੂੰ ਨਹੀਂ ਦੱਸਿਆ? ਨਹੀਂ ਆ ਕੇ ਬੱਚਾ ਜ਼ਾਇਆ ਹੋ ਗਿਆ? ਕਿਉਂ ਨਹੀਂ ਦੱਸਿਆ? ਡਰ ਦੀ ਮਾਰੇ ਨਹੀਂ ਦੱਸਿਆ। ਕਿਉਂ ਡਰਦੇ? ਕਿਉਂ? ਖੁਦਾ ਨਾ ਖਾਸਤਾ ਕਿ ਛੱਡ ਨਾ ਦੇਵੇ, 2-3 ਬੱਚੇ ਪਹਿਲੇ ਵੀ ਹੋ ਗਏ। ਹਾਂ, ਨਹੀਂ ਉਹਨੇ ਧਮਕੀਆਂ ਦਿੰਦਾ ਸੀ ਸ਼ੋਹਰ? ਨਹੀਂ, ਕੋਈ ਧਮਕੀ ਨਹੀਂ ਸੀ, ਵੈਸੇ ਮੈਂ ਡਰ ਗਈ ਸਾਂ। ਅੱਛਾ, ਕਿ ਮੇਰਾ ਘਰ ਕਦੀ ਉਹਨੇ ਕਿਹਾ ਕਿ ਬੱਚਾ ਅਗਰ ਔਲਾਦ ਨਹੀਂ ਹੋਏਗੀ ਤੇ ਮੈਂ ਵਸਾਣਾ ਨਹੀਂ ਹੈ? ਮੈਂ ਬਸ ਕਦੀ ਝਗੜੇ ਚ ਹੋ ਜਾਂਦਾ ਸੀ ਲੇਕਿਨ ਆਮ ਰੂਟੀਨ ਚ ਨਹੀਂ। ਅੱਛਾ, ਗੁੱਸੇ ਚ ਪਿਆਰ ਮੁਹੱਬਤ ਕਰਦਾ? ਹਾਂਜੀ, ਪਿਆਰ। ਐਡਾ ਸੰਗੀਨ ਕਦਮ ਕਿਵੇਂ ਚੁੱਕ ਲਿਆ? ਕਿਵੇਂ ਹਿੰਮਤ ਆ ਗਈ ਕਿ ਕਿਸੇ ਦੀ ਬੱਚੀ ਚੁੱਕ ਲਵੋਗੇ? ਅਗਰ ਆਪਣੀ ਔਲਾਦ ਨਹੀਂ ਹੋ ਰਹੀ ਤੇ ਜਿਹਨਾਂ ਦੀ ਔਲਾਦ ਨਹੀਂ ਹੁੰਦੀ, ਇਹ ਤੇ ਅੱਲਾ ਦੀ ਹਿਕਮਤ ਹੈ ਨਾ। ਅੱਲਾ ਦੇ ਦਿੰਦਾ ਹੈ, 10 ਸਾਲ ਬਾਅਦ ਵੀ ਦੇ ਦਿੰਦਾ ਹੈ, 20 ਸਾਲ ਬਾਅਦ ਵੀ ਦੇ ਦਿੰਦਾ ਹੈ। ਉਹਦੀ ਹਿਕਮਤ ਹੈ ਔਰ ਉਹਦੇ ਹੁਕਮ ਦੇ ਉੱਤੇ ਸਭ ਕੁਝ ਹੋਣਾ ਹੈ। ਲੇਕਿਨ ਤੁਸੀਂ ਇਹ ਪਲੈਨਿੰਗ ਕਰ ਲਈ ਕਿ ਹੁਣ ਬੱਚੀ ਕਿਸੇ ਦੀ ਚੁੱਕ ਲਵਾਂਗੇ, ਤੇ ਉਸ ਮਾਂ ਦੇ ਉੱਤੇ ਕੀ ਬੀਤੇਗੀ? ਤੁਸੀਂ ਵੀ ਤੇ ਮਾਂ ਬਣਨ ਦਾ ख्वाब ਦੇਖ ਰਹੇ ਸੀ ਨਾ। ਮਾਂ ਦੇ ਵਾਸਤੇ ਬੱਚੇ ਕਿੰਨੇ ਅਹਿਮੀਅਤ ਦੇ ਹਾਮਲ ਹੁੰਦੇ ਨੇ। ਜੀ ਭਾਈ, ਇਹ ਤਾਂ ਮੈਨੂੰ ਪਤਾ ਹੈ। ਤੇ ਫਿਰ ਵੀ ਇਹ ਸੋਚ ਲਿਆ ਤੁਸੀਂ? ਗਲਤੀ ਹੋ ਗਈ। ਕਦੋਂ ਸੋਚਿਆ? ਜਦੋਂ ਬੱਚਾ ਤੁਹਾਡਾ ਜ਼ਾਇਆ ਹੋਇਆ। ਠੀਕ ਹੈ, ਫਿਰ ਕਿਵੇਂ ਪਲੈਨਿੰਗ ਕੀਤੀ? ਉਹ ਸਾਰੀ ਵਾਰਦਾਤ ਜਿਵੇਂ ਹੋਈ ਉਹ ਦੱਸੋ। ਮਤਲਬ ਕਿ ਪਲੈਨਿੰਗ ਨਹੀਂ ਕੀਤੀ। 2-3 ਦਿਨ ਕਲੀਨਿਕ ਜਾਂਦੀ ਰਹੀ, ਅਲਟਰਾਸਾਊਂਡ ਵਗੈਰਾ ਕਰਾਈ, ਮੈਡੀਸਨ ਲੈਣ ਜਾਂਦੀ ਰਹੀ। ਬਲੱਡ ਤੇਜ਼ ਹੋ ਜਾਣਾ ਟੈਨਸ਼ਨ ਦੇ ਨਾਲ, ਚੈੱਕਅਪ ਕਰਵਾਉਣ ਗਈ ਸਿਰਫ 2 ਜਾਂ 3 ਦਫਾ ਗਈ। ਬਾਅਦ ਚ ਇੱਕ ਦਿਨ ਸਵੇਰ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤੇ ਮੈਂ ਬੱਚੇ ਨੂੰ ਕਿਹਾ, ਭਤੀਜੇ ਨੂੰ, ਕਿ ਮੇਰੇ ਨਾਲ ਚੱਲ ਦਵਾਈ ਲੈਣ। ਤੇ ਸਾਰੇ ਸੁੱਤੇ ਹੋਏ ਸੀ ਕਲੀਨਿਕ ਤੇ, ਬੱਚਾ ਉਠਾ ਲਿਆ। ਉੱਥੇ ਬੱਚੀ ਪਈ ਸੀ? ਜੀ। ਅੱਛਾ, ਉਹ ਚੁੱਕ ਲਈ? ਜੀ। ਅੱਛਾ, ਫੌਰੀ ਮਤਲਬ ਉਹ ਪਹਿਲੇ ਤੁਸੀਂ ਮਨਸੂਬਾ ਤੇ ਪਹਿਲੇ ਬਣਾ ਲਿਆ ਸੀ? ਪੁਲਿਸ ਕਹਿੰਦੀ ਹੈ ਕਿ ਬੱਚੀ ਤੁਸੀਂ ਅਗਵਾ ਕਰਕੇ ਲੈ ਕੇ ਆਵਾਂਗੇ, ਕਿਉਂਕਿ ਸ਼ੋਹਰ ਨੂੰ ਝੂਠ ਬੋਲਿਆ ਸੀ ਨਾ। ਨਹੀਂ, ਬੱਚੀ ਦਾ ਨਹੀਂ ਕਿ ਮੈਂ ਇਹਨਾਂ ਦੀ ਬੱਚੀ ਅੱਲਾ ਮਾਫ ਕਰੇ। ਨਹੀਂ, ਇਹਨਾਂ ਦੀ ਨਹੀਂ, ਕਿਸੇ ਦੀ ਵੀ ਚੁੱਕਣੀ ਤੇ ਕਿਸੇ ਦਾ ਵੀ ਹੁੰਦਾ, ਬੱਚੇ ਦਾ ਵੀ ਹੁੰਦਾ। ਹਾਂਜੀ, ਉਹ ਚੁੱਕਣਾ ਸੀ ਨਾ। ਇਹ ਕਦੋਂ ਬਣਾ ਲਿਆ ਸੀ? ਜਦੋਂ ਜ਼ਾਇਆ ਹੋਇਆ ਸੀ? ਜੀ। ਕਿੰਨੀ ਦੇਰ ਪਹਿਲੇ ਜ਼ਾਇਆ ਹੋਇਆ ਸੀ? ਬੰਦਾ ਕਿ 7 ਮਹੀਨੇ ਦੇ 4-5 ਦਿਨ ਰਹਿੰਦੇ ਸੀ। ਕਿੰਨਾ ਅਰਸਾ ਗੁਜ਼ਰ ਗਿਆ ਇਸ ਗੱਲ ਨੂੰ? ਕਿਸ ਗੱਲ ਨੂੰ? ਇਹੀ ਦਿਨ ਦੱਸਦੇ ਰਹੀ ਆ। ਮਤਲਬ 20 ਦਿਨ ਪਹਿਲੇ? ਜੀ, ਮਹੀਨਾ ਪਹਿਲੇ? 15-20 ਦਿਨ ਪਹਿਲੇ। 15-20 ਦਿਨ ਪਹਿਲੇ, ਠੀਕ ਹੈ। ਉਹ ਬਲੀਡਿੰਗ ਮੈਨੂੰ ਹੋ ਰਹੀ ਸੀ। ਸਹੀ ਹੈ। ਉਹਦੇ ਤੋਂ ਬਾਅਦ ਫਿਰ ਉੱਥੇ ਕਿਸੇ ਕਲੀਨਿਕ 'ਚ ਦੋਸਤੀ ਕਿਸੇ ਨਾਲ ਬਣਾਈ ਤੁਸੀਂ? ਨਹੀਂ, ਉਹ ਜਿਹੜੀ ਉੱਥੇ ਸਫਾਈ ਕਰਦੀ ਸੀ ਮੇਰੀ ਪਹਿਲੇ ਦੀ ਦੋਸਤ ਸੀ। ਬੱਚੇ ਅਗਵਾ ਕਰਨ ਵਾਸਤੇ ਕਿਹੜੇ ਹਸਪਤਾਲਾਂ ਦਾ ਰੁਖ ਕੀਤਾ? ਜਨਰਲ ਹਸਪੀਟਲ ਗਏ ਪਹਿਲੇ? ਨਹੀਂ ਗਏ। ਨਹੀਂ, ਸੋਚ ਤੇ ਲਿਆ ਸੀ ਨਾ, ਜਾਂ ਬੱਚਾ ਜਾਂ ਬੱਚੀ ਕਿਸੇ ਦੇ ਵੀ ਹੋਏਗੀ ਤੇ ਮੈਂ ਚੁੱਕ ਲਾਂ? ਕਿਸੇ ਨੂੰ ਪੁੱਛਦੀ ਦੱਸਦੀ ਰਹਿਣਾ, ਕਿਸੇ ਨੂੰ ਕਿ ਕੋਈ ਬਹਿਨ ਭਾਈ ਕਿ ਕੋਈ ਬੱਚਾ ਦਿੰਦਾ ਹੋਵੇ ਤੇ ਮੈਨੂੰ ਦੱਸ ਦੇਣਾ। ਅੱਛਾ, ਅਡਾਪਟ ਕਰ ਲਾਂਗੇ ਜੀ। ਤੇ ਉਹ ਤੇ ਬੇਤਹਾਸ਼ਾ ਇਹੋ ਜਿਹੇ ਬੱਚੇ ਨੇ ਜਿਹੜੇ ਮੁxtਲਿਫ ਜਗ੍ਹਾ ਦੇ ਉੱਤੇ ਹੁੰਦੇ ਨੇ। ਪੁੱਛਿਆ ਸੀ ਮੈਨੂੰ, ਕਿਧਰੋਂ ਆਸ ਉਮੀਦ ਨਹੀਂ ਲੱਗੀ ਸੀ। ਤੇ ਬੰਦੇ ਨੂੰ ਕਿਉਂ ਨਹੀਂ ਦੱਸਿਆ? ਸ਼ੋਹਰ ਨੂੰ ਤੇ ਬੀਵੀ ਦਾ ਫਰਜ਼ ਹੁੰਦਾ ਹੈ, ਹੱਕ ਹੁੰਦਾ ਕਿ ਹਰ ਗੱਲ ਦੱਸ ਦੇਣੀ ਸਾਫ਼-ਸਾਫ਼।
बस गलती होगी भाई, नहीं दसिया। अगर दस दिन दी शायद कोई मसला हल हो जाता, अल्लाह ताला कर देंदा। सही है। फिर इस क्लिनिक ਦੇ ਕਦੋਂ ਚੱਕਰ ਲਾਣੇ ਸ਼ੁਰੂ ਕੀਤੇ? तकरीबन 17-18 तरीक 16 तरीक इस तरह। 16 ਤਰੀਕ ਤੋਂ ਜਾਣਾ ਸ਼ੁਰੂ ਕੀਤਾ ਜੀ। ਇੱਥੇ। ਉਦੋਂ ਬੱਚੇ ਨਹੀਂ ਲੱਭਦੇ ਸੀ किदों ਜਦੋਂ ਜਾਂਦੇ ਸੀ ਇਸ ਕਲੀਨਿਕ ਦੇ ਵਿੱਚ? नहीं बे होए हुंदे सी ਹੋਏ ਹੁੰਦੇ ਸੀ ਲੇਕਿਨ ਲੋਕ ਜਾਗ ਰਹੇ ਹੁੰਦੇ जी ਹੋਣੇ, ਮੌਕਾ ਨਹੀਂ ਬਣਦਾ ਸੀ। जी। ਕਿੰਨੀ ਵਾਰੀ ਅਟੈਂਪਟ ਪਹਿਲੇ ਕੋਈ ਚਾਂਸ ਬਣਿਆ ਕਿ ਚੁੱਕਣ ਲੱਗੇ ਹੋ ਤੇ ਕੋਈ ਉੱਠ ਨਹੀਂ, ਗਿਆ ਨਹੀਂ, ਜਾਗ ਗਿਆ? ਨਹੀਂ। ਹਾਂ, कोई चांस नहीं बना। ਕੋਈ ਨਹੀਂ ਚਾਂਸ ਬਣਿਆ ਪਹਿਲੇ। ਕਿੰਨੇ ਵਜੇ ਦਾ ਟਾਈਮ ਸੀ? सुबह 6 बजे दा। ਅੱਛਾ, ਕੀ ਕੀਤਾ 6 ਵਜੇ? 6 ਵਜੇ ਗਈ ਆ ਕਲੀਨਿਕ ਤੇ, ਤਬੀਅਤ ਮੇਰੀ ਖਰਾਬ ਸੀ, ਦਰਦ ਕਿਹੜੇ ਹੋ ਰਹੀ clinic? ਸੀ, ਫੈਮਿਲੀ ਕਲੀਨਿਕ ਤੇ ਉਹ ਦਰਵਾਜ਼ਾ ਬਾਹਰੋਂ ਕੁੰਡੀ ਲੱਗੀ ਹੋਈ ਸੀ ਤੇ ਇੱਕ ਬਾਰ ਬੰਦਾ ਸੋਫੇ ਤੇ ਸੁੱਤਾ ਹੋਇਆ ਸੀ ਸਹੀ। ਤੇ ਅੰਦਰ ਇੱਕ ਬੇਬੀ ਸੁੱਤੀ ਹੋਈ ਸੀ, ਇੱਕ ਬੱਚੀ ਸੁੱਤੀ, ਲੜਕੀ ਸੁੱਤੀ ਸੀ, ਨਾਲ ਬੱਚਾ ਲੇਟਿਆ ਹੋਇਆ ਸੀ। ਸਹੀ। ਮੈਂ ਬੱਚਾ ਉਠਾਇਆ, ਮੈਂ ਬਾਹਰ ਆ ਗਈ, ਮੋਟਰਸਾਈਕਲ ਬਾਹਰ ਖੜੀ ਸੀ, ਬੱਚਾ ਬੈਠ ਸੀ ਕੇ ਬੱਚੀ ਸੀ? ਮੈਂ ਨਹੀਂ ਦੇਖਿਆ। ਅੱਛਾ, ਜੋ ਵੀ ਸੀ ਜੋ ਵੀ ਸਲਾਨ। ਉਹਦੇ ਨਾਲ ਬੱਚੀ ਇੱਕ ਸੁੱਤੀ ਸੀ? ਹਾਂਜੀ, ਇੱਕ ਵੱਡੀ ਲੜਕੀ ਉਮਰ ਸੀ। ਦੀ? ਹਾਂਜੀ ਲੜਕੀ ਸੀ। ਹਾਂਜੀ ਅੱਛਾ, ਉਹ ਸੋ ਰਹੀ ਸੀ? ਜੀ ਉੱਥੋਂ ਚੁੱਕਿਆ? ਜੀ। ਚੁੱਕੀ ਬੱਚੀ ਤੇ ਜੀ। ਕਿੱਧਰ ਨੂੰ ਗਏ? ਤੇ ਮਤਲਬ ਕਿ ਬਿਨਸ ਨੂੰ ਬਾਹਰ ਆਏ? ਜੀ ਕੀ ਕੀਤਾ ਆ ਕੇ ਬਾਹਰ? ਮੋਟਰਸਾਈਕਲ ਤੇ ਬੈਠ ਗਈ ਸਹੀ। ਤੇ ਹੁੰਦਾ ਕਿ ਮੋਟਰਸਾਈਕਲ ਤੇ ਬੈਠ ਕੇ Checkup ਬਿਨਸ ਨੂੰ ਨਹੀਂ ਚਲੇ ਕਰਵਾਇਆ? ਗਏ, ਉਹ ਜਿਹੜੀ- ਕੋਈ ਹੈ ਹੀ ਨਹੀਂ ਸੀ ਉੱਥੇ। ਅੱਛਾ, ਤੇ ਉਹਦੇ ਤੇ- ਬੱਚੇ ਚੁੱਕਣ ਦਾ ਪਹਿਲਾਂ ਹੀ ਪਲਾਨ ਬਣਾਇਆ ਸੀ ਜਾਂ ਤਬੀਅਤ ਖਰਾਬੀ ਦੇ ਵਿੱਚੋਂ ਕਿੱਥੋਂ ਅਨਸਰ ਆ ਗਿਆ ਵਿੱਚ? ਗਈ ਤੇ ਘਰੋਂ ਤੇ ਤਬੀਅਤ ਖਰਾਬ ਦੀ ਲੇਕਿਨ ਵਜ੍ਹਾ ਚੁੱਕਣ ਤੇ ਦਾ ਦਵਾਈ ਪਹਿਲਾਂ ਹੀ ਦੇ ਪਲਾਨ ਸੀ ਨਾ ਕਿ ਚੁੱਕਣਾ ਹੈ, ਅਗਵਾ ਕਰਨਾ ਹੈ ਹਾਂ ਬੱਚਾ ਜੇ ਜਾਂ ਬੱਚਾ ਬੱਚੀ ਨਾਲ ਜੋ ਵੀ। ਹਾਂ ਜੋ ਵੀ ਮਿਲ ਗਿਆ ਅੱਲਾਹ ਤਾਲਾ ਦੇ ਤਾ ਠੀਕ ਦੇ ਹੈ। ਦਾਂਗੇ। ਅੱਲਾ ਨੇ ਫਿਰ ਇੰਜ ਦੇ ਦਿੱਤਾ। ਫਿਰ ਹੁੰਦਾ ਕਿ ਨਾ ਮੈਂ ਵੀ ਨਾ ਤੋਂ ਚਲੀ ਗਈ ਬਾਹਰ ਫਿਰੋਜ਼ਪੁਰ ਰੋਡ ਤੇ, ਫਿਰ ਕਾਨੇ ਗਏ, ਉੱਥੇ ਮਤਰਈ ਬੇ ਸਿਸਟਰ ਸੀ, ਉਹਨੂੰ ਕਿਹਾ ਕਿ ਇਹ ਬੱਚੀ ਹੈ, ਇਹ ਭਤੀਜੀ ਦੀ, ਤੇ ਉਹਨਾਂ ਦੇ ਹੁੰਦਾ ਕਿ ਨਾ ਲੜੀ ਹੈ ਮੀਏ ਨਾਲ, ਤੇ ਉਹਨਾਂ ਦੀ ਸੁਲ੍ਹਾ ਹੋਏਗੀ ਤੇ ਬੱਚੀ ਲੈ ਜਾਵਾਂਗੇ। ਅੱਛਾ, ਉਹਨੂੰ ਦੇਤੀ? ਦਿੱਤੀ ਨਹੀਂ, ਹਾਂ। ਉਹਦੇ ਕੋਲ ਰਹੀ ਦਿਹਾੜੀ, ਅੱਛਾ, ਸ਼ਾਮ ਇੱਕ ਨੂੰ ਦਿਨ। ਜੀ ਸ਼ਾਮ ਨੂੰ ਜਾ ਕੇ ਲੈ ਆਈ। ਮੀਏ ਨੂੰ ਆ ਕੇ ਕਿਹਾ ਕਿ ਮੇਰੇ ਘਰ ਹੋਈ ਹੈ। ਅੱਛਾ, ਤੇ ਮੀਆਂ ਨੇ ਕਿਹਾ ਨਹੀਂ ਕਿ ਮੈਨੂੰ ਨਹੀਂ ਦੱਸਿਆ ਤੂੰ ਮੀਆਂ ਨੂੰ ਮੈਂ ਹਸਪਤਾਲ ਦੱਸਿਆ ਕਿਹੜੇ ਚਲੀ ਦੱਸਿਆ ਗਈ, ਦੱਸਿਆ ਮੀਆਂ ਨੂੰ। ਜਿੱਥੇ ਮਤਲਬ ਪੈਦਾ ਕਰ ਲਈ ਇਹ ਮੀਆਂ ਨੂੰ ਮੈਂ ਦੱਸਿਆ ਕਿ ਮੇਰੀ ਤਬੀਅਤ ਖਰਾਬ ਹੋ ਰਹੀ ਹੈ ਤੇ ਮੈਂ ਸਨਾ ਚੱਲੀ ਆ ਚੈੱਕਅਪ ਕਰਵਾਉਣ, ਹਾਂ। ਤੇ ਜੇ ਅੱਲਾਹ ਤਾਲਾ ਨੇ ਕੋਈ ਰਹਿਮਤ ਕਰ ਦਿੱਤੀ ਤੈਨੂੰ ਕਾਲ ਕਰ। ਅੱਛਾ, ਪਹਿਲੇ ਹੀ ਪਲੈਨਿੰਗ ਕਰਕੇ ਹਾਂਜੀ, ਮਤਲਬ। ਹਾਂਜੀ। ਸਹੀ ਹੈ, ਠੀਕ ਹੈ। ਤੇ ਮੀਆਂ ਨੂੰ ਫਿਰ ਰਾਤ ਨੂੰ ਘਰ ਜਾ ਕੇ ਦੱਸਿਆ? ਜੀ। ਵਿਖਾਇਆ? ਖੁਸ਼ ਜੀ। ਹੋਇਆ ਉਹ? ਹਾਂਜੀ ਕੀ ਨਾਮ ਮੀਆਂ ਦਾ? ਮੁਹੰਮਦ ਰਹੀਬ। ਸਹੀ ਹੈ। ਫਿਰ ਕੁਝ ਵੀ ਨਹੀਂ, ਫਿਰ ਉਹਦਾ ਨਾਂ ਕੀ ਰੱਖਿਆ? ਮੀਆਂ? ਅਜਵਾਨੂਰ। ਹਾਂ, ਕੀ ਗੱਲਾਂ ਕੀ? ਅਜਵਾਨੂਰ। ਅਜਵਾਨੋ। ਕਿਸੇ ਦੀ ਬੱਚੀ, ਕਿਸੇ ਦੀ ਮਮਤਾ, ਮਤਲਬ ਉਹਨੂੰ ਪਰੇਸ਼ਾਨ ਕਰਕੇ ਤੇ ਆਪਣਾ ਘਰ ਵਸ ਸਕਦਾ ਹੈ? ਨਹੀਂ, ਇਹ ਕਿੱਥੋਂ ਆਈਡੀਆ ਆਏ? ਪਹਿਲੇ ਵੀ ਸੁਣਿਆ ਹੋਏਗਾ ਔਰਤਾਂ ਬੱਚੇ ਚੁੱਕਦੀਆਂ, ਬੱਚੀਆਂ ਚੁੱਕਦੀਆਂ, ਫੜੀਆਂ ਜਾਂਦੀਆਂ, ਸੁਣਿਆ ਨਹੀਂ ਕਦੀ ਜ਼ਿੰਦਗੀ 'ਚ? ਪਤਾ ਸੀ ਇਹ ਗੱਲ ਕਿ ਨਹੀਂ ਪਤਾ ਸੀ? ਹੋ ਜ਼ਾਹਰੀ ਗੱਲ ਹੈ, ਉੱਚੀ ਬੋਲਣਾ ਹੈ। ਜ਼ਾਹਰੀ ਗੱਲ ਹੈ ਭਾਈ। ਜ਼ਾਹਿਰੀ ਗੱਲ ਹੈ। ਤੇ ਆਪਣੇ ਆਪ 'ਚੋਂ ਨਹੀਂ ਹੋ ਰਿਹਾ ਸੀ? ਨਹੀਂ। ਮੀਆਂ ਇਹੀ ਸਮਝਿਆ ਕਿ ਇਹ ਮੇਰੀ ਔਲਾਦ ਹੈ। ਜੀ। ਖੁਸ਼ ਸੀ ਉਹ? ਜੀ। ਨਾਮ ਕਿੰਨੇ ਰੱਖਿਆ? ਮੈਂ ਰੱਖਿਆ ਆਪ ਰੱਖਿਆ? ਕੀ ਨਾਮ ਰੱਖਿਆ? ਅਜਵਾਨੂਰ। ਅਜਵਾ ਨੂਰ। ਨੂਰ। ਅੱਛਾ, ਠੀਕ ਹੈ। ਫਿਰ ਦੂਸਰਾ ਦਿਨ ਲੋਕਾਂ ਨੂੰ ਦੱਸਿਆ। ਇੱਕ ਜਿਹੜੀ ਸੁਤੇਲੀ ਭੈਣ ਸੀ ਜੀ। ਉਹਨੂੰ ਤੇ ਝੂਠ ਬੋਲਤਾ, ਬੰਦੇ ਨੂੰ ਕਹਿਤਾ ਕਿ ਇਹ ਮੇਰੀ ਬੱਚੀ ਹੈ। ਤੇ ਉਹ ਜਦੋਂ ਸੁਤੇਲੀ ਭੈਣ ਨੇ ਘਰ ਜਾਣਾ ਸੀ, ਉਹਨੇ ਨਹੀਂ ਦੱਸਣਾ ਸੀ ਇਹ ਤੁਸੀਂ ਮੈਨੂੰ ਬਾਜੀ ਕਹਿ ਕੇ ਗਏ ਹੋਇਆ ਤੇ ਭਤੀਜੀ ਦੀ ਬੱਚੀ? ਉਹ ਆਏ ਨਹੀਂ। ਆ ਜਾਂਦੀ ਕਦੀ ਤੇ ਜ਼ਿੰਦਗੀ ਚ ਆਣਾ ਸੀ ਨਾ, ਤੁਸੀਂ ਵੀ ਉਹਦੇ ਘਰ ਗਏ ਹੋ, ਹਾਂਜੀ ਉਹ ਵੀ ਤੇ ਆ ਸਕਦੀ ਸੀ। ਕਦੀ ਉਹ ਆਂਦੀ ਸੀ ਸਾਲ 2 ਸਾਲਾਂ ਬਾਅਦ। ਉਹਨੂੰ ਕਿਉਂ ਨਹੀਂ ਦੱਸਿਆ ਕਿ ਮੇਰੀ ਬੱਚੀ? ਮੈਂ ਕਿਹਾ ਨਾ ਮੇਰੇ ਮੀਆਂ ਨੂੰ ਦੱਸ ਦਵੇ, ਕੀ ਦੱਸਦੇ? ਕਹਿੰਦੀ ਨਹੀਂ ਹੈ। ਨਹੀਂ ਤੇ ਐਦੀ ਨਹੀਂ ਹੈ, ਕੀ ਮਤਲਬ? ਉਹਨੂੰ ਵੀ ਇਹੀ ਦੱਸਣਾ ਸੀ ਨਾ, ਅਗਰ ਦੱਸਣਾ ਸੀ ਜੋ ਮੀਆਂ ਨੂੰ ਦੱਸਿਆ। ਨਹੀਂ, ਇਸ ਉਹਨੂੰ ਸਟੋਰੀ ਦੀ ਦੱਸਿਆ। ਮੈਨੂੰ ਗੱਲ ਨਹੀਂ ਸਮਝ ਆ ਰਹੀ। ਮੈਂ ਉਹਨੂੰ ਨਹੀਂ ਦੱਸੀ ਕੋਈ ਗੱਲ, ਲੇਕਿਨ ਉਹਨੂੰ ਤਾਂ ਦੱਸੀ ਮੈਂ ਕਿਤੇ ਆ ਨਾ ਹੋਵੇ ਉਹ ਦੱਸ ਦਵੇ ਮੇਰੇ ਮੀਆਂ ਨੂੰ। ਉਹਨੂੰ ਫਿਰ ਇਹ ਕਿਉਂ ਦੱਸਿਆ ਕਿ ਇਹ ਕਿਸੇ ਦੀ ਬੱਚੀ ਹੈ? ਮੈਂ ਕਿ ਉਹਨੇ ਕਿਹੜਾ ਮੇਰੇ ਘਰ ਆਣਾ, ਕਦੀ 2 ਸਾਲ 3 ਸਾਲ ਬਾਅਦ ਵੀ ਨਹੀਂ ਆਂਦੀ, ਕਦੀ ਵੀ ਨਹੀਂ ਆਈ, ਜ਼ਿਆਦਾ ਕਿਤੇ ਨਹੀਂ ਆਂਦੇ। ਬਸ ਇਹੀ ਸੋਚ ਲਿਆ ਕਿ ਹੁਣ ਜਵਾਨੂਰ ਜੀ। ਵੱਡੀ ਹੋਏਗੀ, ਬੰਦਾ ਵੀ ਖੁਸ਼ ਹੋ ਗਿਆ। ਬਾਬਾ ਖੁਸ਼ੀ ਵਾਲਾ ਮਾਹੌਲ ਸੀ, ਲੋਕੀ ਮੁਬਾਰਕਬਾਦਾਂ ਵੀ ਦੇ ਰਹੇ ਸੀ। ਦਿੰਦੇ ਸੀ ਲੋਕ ਕਿ ਤੇਰੇ ਘਰ ਬੇਟੀ ਹੋਈ, ਅੱਲਾ ਜ਼ਿੰਦਗੀ ਵਾਲੀ ਹੋਵੇ, ਬਸ ਅੱਛਾ ਮਠਿਆਈ ਖਿਲਾਓ। ਅੱਛਾ, ਖਲਾਈ ਮਠਾਈ ਫਿਰ? ਨਹੀਂ ਮੁਗਵਾਨੀ ਸੀ ਆਂਦਾ ਕਿ ਨਾ, ਕਹਿੰਦੇ ਝੰਡ ਲਵਾਵਾਂਗੇ ਫੇਰ ਵੰਡਾਂਗੇ। ਅੱਛਾ, ਕਿੰਨੇ ਦਿਨ ਬੱਚੀ ਫਿਰ ਰਹੀ ਕੋਲ? 4 ਦਿਨ। ਕਿਵੇਂ ਆਈ ਪੁਲਿਸ, ਕਿਵੇਂ ਆਈ ਫਿਰ ਘਰ? ਮੈਨੂੰ ਨਹੀਂ ਪਤਾ, ਨਹੀਂ ਪਤਾ। ਅੱਛਾ, ਸੁੱਤੇ ਸੀ ਜਨਾਬ ਜਦੋਂ ਪੁਲਿਸ ਨਹੀਂ ਆਈ? ਬੈਠੇ ਹੋਏ ਸੀ। ਬੈਠੇ ਹੋਏ ਸੀ ਜੀ। ਤੇ ਗੇਟ ਤੋਂ ਦਾਖਲ ਹੋਈ ਕਿ ਛੱਤਾਂ ਤੋਂ ਨਹੀਂ ਆਈ? ਨਹੀਂ ਗੇਟ ਤਾਂ ਹਾਂ, ਕੀ ਕਹਿੰਦੇ ਆ ਕੇ? ਕੋਈ ਨਹੀਂ, ਕਹਿੰਦੇ ਬੱਚੀ ਕਹਿੰਦੀ ਮੈਂ ਕਿਹਾ ਮੇਰੀ, ਹਾਂ, ਫਿਰ? ਕੁਝ ਵੀ ਨਹੀਂ। ਫਿਰ ਮੈਂ ਦੱਸ ਦਿੱਤਾ ਆ ਕੇ ਇੱਥੇ ਕਿ ਮੇਰੀ ਨਹੀਂ ਹੈ। ਅੱਛਾ, ਪਹਿਲੇ ਬਹਾਨੇ ਬਣਾਉਂਦੇ ਰਹੇ ਹੋ ਹਾਂ ਪੁਲਿਸ ਦੇ ਨਾਲ? ਨੇ ਬਸ ਇੱਕ ਹੀ ਗੱਲ ਕੀਤੀ ਕਿ ਮੇਰੀ ਬੱਚੀ ਹੈ, ਹੂੰ। ਹੋਰ ਉਹਨਾਂ ਨਾਲ ਮੈਂ ਕੋਈ ਫालतू ਗੱਲ ਨਹੀਂ ਕੀਤੀ ਹੈ। ਬਾਅਦ ਚੋਂ ਇੱਕ ਅੰਕਲ ਹੈਗੇ ਸੀ, ਉਹਨਾਂ ਮੈਂ ਦੱਸਤਾ ਕਿ ਮੇਰੀ ਬੱਚੀ ਨਹੀਂ। ਕਿੱਧਰ ਦੇ ਰਿਹਾਇਸ਼ੀ ਹੋ ਤੁਸੀਂ?
ਹੈ ਦਰਸਲ ਪੁਲੀ ਦੇ। ਭੈਣ ਭਰਾ ਕਿੰਨੇ ਸੀ ਸ਼ਾਦੀ ਤੋਂ ਪਹਿਲੇ? ਹੁਣ ਭੈਣ ਭਰਾ ਹੈਗੇ ਨੇ? ਹਾਂਜੀ ਕਿੰਨੇ ਭੈਣ ਭਰਾ? 3 ਭਾਈ ਨੇ, ਹੂੰ। 3 ਅਸੀਂ ਭੈਣ। ਉਹਨਾਂ ਦੇ ਬੱਚੇ ਨਹੀਂ ਗਏ? ਹੈ ਨਾ ਉਹਨਾਂ ਤੇ ਦੇ ਉਹਨਾਂ ਕੋਲ ਨਹੀਂ ਕਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਹੋ ਕਿ ਮੈਨੂੰ ਇੱਕ ਬੱਚੇ ਦੇ ਦਿਓ, ਬੱਚੀ ਦੇ ਦਿਓ? ਇੱਕ ਭੈਣ ਦੇ ਦਾ ਕਿੰਨਾ ਹੈ, ਬੇਟੀਆਂ ਨੇ ਜਵਾਨ 2 ਹਾਂ। ਤੇ ਇੱਕ ਬੇਟਾ ਹੈ ਬਸ, ਜਵਾਨ ਹੈ, ਵੱਡੇ ਵੱਡੇ ਨੇ। ਤੇ ਭਰਾਵਾਂ ਦੇ? ਮੈਂ ਬਿਲਕੁਲ ਛੋਟੀ ਸੌ ਵੱਡੀਆਂ ਸਨ, ਉਹਨਾਂ ਦੀ ਪਹਿਲੇ ਸ਼ਾਦੀਆਂ ਤੇ ਹੋ ਭਰਾਵਾਂ ਦੇ? ਭਰਾਵਾਂ ਦੇ ਇੱਕ ਦੇ 3 ਬੱਚੇ ਨੇ ਬਸ, ਇੱਕ ਦੇ ਇੱਕ ਬੇਟਾ ਹੈ ਸਹੀ ਹੈ। ਬਸ। ਆਪਣੇ ਕਿੱਤੇ ਤੇ ਅੱਛਾ ਫੀਲ ਹੋ ਰਿਹਾ ਹੈ, ਖੁਸ਼ੀ ਬੁਰਾ ਹੈ feel ਹੋ ਕਿ ਰਿਹਾ। ਗਲਤ ਲੱਗ ਰਿਹਾ? ਗਲਤ ਲੱਗ ਰਿਹਾ ਗਲਤ ਲੱਗ ਰਿਹਾ ਜੀ। ਤੇ ਅਗਰ ਨਾ ਫੜੇ ਜਾਂਦੇ ਤੁਸੀਂ ਤੇ ਇਹ ਤੇ ਬੱਚੀ ਅਜਵਾ ਨੂਰ ਵੱਡੀ ਕਰ ਲੈਣੀ ਸੀ, ਤੇ ਉਹ ਮਾਂ ਨੇ ਵਿਚਾਰੀ ਨੇ ਉਹਦੇ ਦੀ ਨੌਮਲੂਦ ਬੱਚੀ ਗਵਾਚੀ, ਉਹਦੇ ਤੇ ਕੀ ਬੀਤਣਾ ਸੀ? ਕੋਈ ਡਰ ਨਹੀਂ ਲੱਗਦਾ ਸੀ ਕਿ ਪੁਲਿਸ ਮੈਨੂੰ ਫੜ ਲੇਗੀ, ਮੈਂ ਬੱਚੀ ਅਗਵਾ ਕਰਕੇ ਲਿਆਈ ਐ, ਆਪਣੇ ਬੰਦੇ ਨਾਲ ਵੀ ਝੂਠ ਬੋਲਿਆ, ਕੋਈ ਪਰੇਸ਼ਾਨੀ, ਸ਼ਰਮਿੰਦਗੀ, ਕੋਈ ਨਦਾਮਤ ਹੁੰਦਾ ਸੀ? ਹੁੰਦੀ ਸੀ ਹਾਂਜੀ। ਉਹ ਦੱਸੋ ਕਦੋਂ ਕਦੋਂ ਹੁੰਦੀ ਸੀ? ਹਰ ਵਕਤ ਹੁੰਦੀ ਸੀ, 4 ਦਿਨਾਂ ਵਿੱਚ ਇੱਕ ਦਿਨ ਵੀ ਸਕੂਨ ਨਹੀਂ ਹੋਇਆ। ਅੱਛਾ। ਕਿ ਇਹੀ ਫੀਲ ਹੁੰਦਾ ਸੀ ਨਹੀਂ ਇੰਜ ਕਰਨਾ ਸੀ, ਪਤਾ ਨਹੀਂ ਉਹ ਮਾਂ ਕੀ ਕਰਦੀ ਹੋਗੀ, ਐਸੀ ਸੋਚਦੀ ਰਹਿੰਦੀ। ਤੇ ਆਪਣੇ ਬੰਦੇ ਨੂੰ ਹੀ ਦੱਸ ਦੇਣਾ ਸੀ ਕਿ ਮੇਰੇ ਕੋਲ ਇਹ ਗਲਤੀ ਹੋਈ ਹੈ, ਅਸੀਂ ਬੱਚੀ ਵਾਪਸ ਕਰ ਦਿੰਨੇ। ਪਤਾ ਲੱਗ ਗਿਆ ਸੀ ਕਿਹਦੀ ਬੱਚੀ ਹੈ? ਉਹੀ ਉਸੇ ਦਿਨ ਹੀ ਘੰਟੇ ਬਾਅਦ ਕਿ ਗਲਤ ਕੀਤਾ ਹੈ, ਕਿ ਮਾਂ ਦੀਆਂ ਕਿਤੇ ਬਦਵਾਵਾਂ ਨਾ ਲੱਗ ਜਾਣ, ਕੋਈ ਮਸਲਾ ਨਾ ਹੋ ਜਾਏ। ਇਹੋ ਜਿਹੀਆਂ ਹੋਰ ਵੀ ਔਰਤਾਂ ਹੋਣਗੀਆਂ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਲੋਕਾਂ ਦੇ ਬੱਚਿਆਂ ਨੂੰ ਬੱਚੀਆਂ ਨੂੰ ਅਗਵਾ ਕਰਨਾ ਚਾਹੀਦਾ? ਕੋਈ ਗੱਲ ਦੱਸੋ। नहीं सब्र करना चाहिए, सब्र करना चाहिए। नाजरीन, आपने मरकजी मुल्ज़मा की गुफ्तगू तो सुन ली कि किस होशियारी और चालाकी के साथ उसने नौमलूद बच्ची को अगवा किया और अगवा करने के बाद अपने ही घर में ले गई और अपने शौहर को भी यही कहती रही कि ये उसी की बेटी है, और उसका नाम भी उसने रख दिया। और नाम रखने के बाद वो पुरुम्मीद थी कि वो इसी बच्ची को बड़ा करेगी और आखिरकार वो कभी भी पुलिस की गिरफ्त में नहीं आएगी। अलबत्ता पुलिस ने उसे पकड़ लिया और पकड़ने के बाद उस बच्ची को बाजियाब करवा के उसके वालिदैन के भी हवाले कर दिया। साथ उसका भतीजा इस वारदात में मुकम्मल तौर पर मुलव्विस था। उसी की ज़ुबानी जानते हैं कि उसने ये वारदात किस तरह से की, किस तरह से वो साथ देता रहा और बच्ची को कहाँ पर लेके गए, और बिल आखिर फिर पुलिस ने इन्हें कैसे गिरफ्तार किया। इन्हीं की ज़ुबानी आपको सुनाते हैं। हाँ भाई, की ना है? निशान अली। कितने दा रहने वाला है? दरसाले पुली थे। दरसाली पुली थे। ए कौन लगदी इधर नाल? पप्पो। पप्पो है जी पप्पो भाई। ना की कीता ही? खुशी मैंने बच्चा चुकिया से। की बच्चा चुकिया से। कित्थों चुके है? फैमिली क्लिनिक तो। किन्ने दिनों तो जा रहे सी बच्चा चुकन? 3 दिन बाद। 3 दिनों तो Yeah. किहड़े-किहड़े टाइम जांदे सी? कभी शाम टाइम कभी दोपहर टाइम तो फिर तीसरा दिन सुबह ही गए चलना 6 क्यों चुक रहे सी बच्चा? कि उन्होंने कोई बेटा या बेटी हो नहीं रही थी इस वजह तो फिर चुक रहे थे। ठीक है। ते ओ फुप्पे ਨੂੰ ਨਹੀਂ ਪਤਾ ਸੀ ਕੁਝ? नहीं उन्होंने कुछ नहीं सी पता। ਅੱਛਾ, ਕਦੋਂ ਫੁੱਫੋ ਨੇ ਤੈਨੂੰ ਰਾਜ਼ੀ ਕੀਤਾ ਕਿ ਬੱਚਾ ਚੁੱਕਣਾ ਹੈ, ਤੂੰ ਮੇਰੇ ਨਾਲ ਜਾਣਾ ਹੈ? शुरू तो ही पता सी। ਸ਼ੁਰੂ ਤੋਂ ਹੀ? जी। ਕਦੋਂ ਤੋਂ? ਸਾਲ ਹੋ ਗਿਆ? 2-3 दिन थी। 2-3 ਦਿਨਾਂ ਤੋਂ ਜੀ। ਪਲਾਨ ਬਣਾਇਆ ਸੀ? जी। ਤੇ ਤੈਨੂੰ ਡਰ ਨਹੀਂ ਲੱਗਾ ਕਿ ਕਿਸੇ ਦਾ ਬੱਚਾ ਚੁੱਕਾਂਗੇ ਫੜੇ ਜਾਵਾਂਗੇ? लगा सी डर। ਕਦੋਂ? जिस दिन चौक के गिला है। ਅੱਛਾ, ਜਿਸ ਦਿਨ ਚੁੱਕ ਕੇ ਲੈ ਗਏ, ਉਹਦੇ ਤੋਂ ਪਹਿਲਾਂ ਨਹੀਂ ਲੱਗਾ, ਤਦੇ ਹੀ ਚੁੱਕ ਕੇ ਲੈ ਗਏ ਹੋ ਹੈ? जी 6 बजे घरों निकले उस बाद फैमिली क्लिनिक ते गए हैं। मैं बाहर मोटरसाइकिल स्टैंड ते ला दी तो पप्पा अंदर चुक के ले आए ने ते 1.5-2 मिनट बाद आए। फिर मैं मोटरसाइकिल स्टार्ट की ते लैके सी कि बिना थाने फिरोजपुर रोड तो काने चले गए। ਠੀਕ ਹੈ। ਉਹਦੇ ਤੋਂ ਪਹਿਲੇ 2 ਵਾਰੀ ਜਦੋਂ ਗਏ ਹੋ ਬੱਚਾ ਨਹੀਂ ਕੋਈ ਮਿਲਿਆ? नहीं मिले बस ठीक है। गए सी पर ਵੀਨਸ ਥਾਨੀ ਕਿੱਥੇ ਚਲੇ ਗਏ ਹੋ? काने ਕਾਨੇ? ਕਾਨੇ ਕੌਣ ਰਹਿੰਦਾ ਹੈ? मेरी आंटी रहती थे। ਆਂਟੀ? पप्पा ही है। ਇਹਨੇ ਦੀ ਭੈਣ? नहीं जी पप्पा बनी सी। ਹੁਣ ਜੀ ਫੁੱਫੋ ਬਣੀ ਹੈ? जी ਸਹੇਲੀ ਹੈਗੀ ਹੈ? जी ना सहेली थी पप्पा ही गई दस ਅੱਛਾ, ਸਹੇਲੀ ਹੈ, ਫੁੱਫੋ ਬਣੇ। ਉਹਦੇ ਘਰ ਜਾ ਕੇ ਕੀ ਕੀਤਾ ਹੈ? कि उधर जाके रखा बच्चा ते आगे आके आपी मेरे दिल हस्बैंड नाल लड़ाई हुई है, बेटी हुई है ते जो सुलह होएगी शाम तक ਅਸੀਂ ਲਾਈਆਂ ਗਿਆ। ਕਿਹੜੀ ਆਪੀ ਦੀ? ਤੇਰੀ? जी। ਤੇਰੀ ਭੈਣ ਦੀ? जी। ਅੱਛਾ, ਫਿਰ फिर उन्होंने आके सुलह ਉਸ दस ਬੱਚੇ ਨੂੰ ਇਕੱਲੇ ਨੂੰ ਛੱਡਿਆ ਉੱਥੇ? जी नहीं पप्पो दे कोल ही सन। ਅੱਛਾ, ਨਹੀਂ ਫੁੱਫੋ ਨਾਲ ਲੈ ਆਏ ਆ ਕਿ ਫੁੱਫੋ ਨਾਲ ਉੱਥੇ ਇਹ ਹੀ ਨਾਲ ਹੀ ਆ ਗਏ ਸੀ ਦੂਸਰੀ ਉੱਥੇ ਹੀ ਸਨ। ਅੱਛਾ, ਬੱਚੀ ਕੋਲ ਉੱਥੇ ਗਏ ਛੱਡਤੀ? ਹਾਂਜੀ। ਠੀਕ ਹੈ। ਫਿਰ ਇਹ ਫੁੱਫੋ ਨੂੰ ਕਿੱਥੇ ਲੈ ਕੇ ਗਿਆ? ਫਿਰ ਅਸੀਂ ਘਰ ਆ ਗਏ। ਅੱਛਾ, ਘਰ ਆ ਕੇ ਕੀ ਕੀਤਾ? ਘਰ ਆ ਕੇ ਦੱਸਿਆ ਕਿ ਅਸੀਂ ਡਾਕਟਰ ਕੋ ਗਏ ਸਾਨੂੰ ਦੱਸਿਆ ਹੈਗਾ ਕਿ ਸਵੇਰ ਸ਼ਾਮ ਤੱਕ ਹੋ ਜਾਏਗਾ ਬੇਟਾ ਜਾਂ ਬੇਟੀ ਜੋ ਵੀ ਹੋਏਗਾ। ਫੁੱਫੇ ਨੂੰ ਦੱਸਿਆ? ਜੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਸ਼ਾਮ ਨੂੰ ਨਿਕਲੇ ਆ ਮਗਰਿਬ ਤੋਂ ਬਾਅਦ ਅਸੀਂ ਘਰੋਂ ਨਿਕਲੇ ਆ ਜਾ ਕੇ ਫਿਰ ਉੱਥੇ ਉਹਨਾਂ ਆ ਕੇ ਲੈ ਕੇ ਘਰ ਆ ਗਏ। ਘਰ ਆ ਕੇ ਦੱਸਿਆ ਕਿ ਬੇਟੀ ਹੋ ਗਈ ਹੈ। ਬੇਟੀ ਹੋ ਗਈ ਹੈ? ਜੀ। ਅੱਛਾ, ਮੁਬਾਰਕਬਾਦਾਂ ਜੀ ਆਈਆਂ। ਮਠਾਈ ਖਾਧੀ? ਨਹੀਂ ਲੈ ਕੇ ਆਏ ਮਠਾਈ? ਨਹੀਂ ਹਲੇ ਕੁਛ ਨਹੀਂ। ਅੱਛਾ, ਕੀ ਫੁੱਫਾ ਖੁਸ਼ ਹੈਗਾ ਸੀ? ਜੀ ਬਹੁਤ ਖੁਸ਼।
नाजरीन, इस वक्त हमारे साथ वो वालिद और वालदा मौजूद हैं जिनकी चंद रोज़ कबल एक प्यारी सी मासूम सी बेटी को जन्म दिया, लेकिन उसको जन्म देने के चंद ही घंटों बाद वो बच्ची को अगवा कर लिया गया। इन्वेस्टिगेशन कोट लखपत पुलिस ने 3 रोज़ की मुसलसल जद्दोजहद के बाद उस बच्ची को बाजियाब करवा लिया है। अब उस वालदा की ज़ुबानी ही जानते हैं कि उनकी बेटी की जब पैदाइश हुई तो उसके बाद किस तरह से उनकी बेटी जो है वो अगवा हो गई और फिर 3 रोज़ तक इन पर क्या बीती, किस तरह से इन्होंने वक्त गुजारा और कैसे अब बच्ची मिलने पर उनके क्या हालात हैं, क्या तासुरात हैं, उन्हीं की ज़ुबानी आपको सुनाते हैं। बाजी पहले तो बहुत मुबारक हो गए, अल्लाह पाक ने औलाद भी दी, लेकिन थोड़ा जिहा सख्त वक्त आ गया, बच्ची अगवा हो गई। ਉਹ ਹੋਇਆ ਕੀ ਹੈ, ਸਾਰੀ ਸਟੋਰੀ ਸੁਣਾਓ। ਮਾਸ਼ਾਅੱਲਾ ਤੁਹਾਡੀ ਗੋਦ ਦੇ ਵਿੱਚ ਹੈ, ਇਹੀ ਬੱਚੀ ਹੈ, ਕੀ ਨਾਮ ਰੱਖ ਲਿਆ ਇਹਦਾ? दुआ फातिमा। ਕਿਵੇਂ ਗਾਇਬ ਹੋ ਗਈ ਬੱਚੀ? भैया लाहौर फैमिली क्लिनिक है ना, उत्थे बच्ची पैदा हुई है। रात के 10 बजे हुई है, सुबह 6 बजे अगवा की गई है। ਅੱਛਾ, ਰਾਤ ਨੂੰ 10 ਵਜੇ ਕੌਣ ਹਸਪਤਾਲ ਦੇ ਵਿੱਚ ਹੈਗਾ ਸੀ ਤੁਹਾਡੇ ਨਾਲ? हॉस्पिटल 'ਚ ਅਸੀਂ 2 ਮਰੀਜ਼ ਸਾਂ, ਇੱਕ ਹੋਰ ਔਰਤ ਸੀ, ਉਹਦੇ ਘਰ ਬੇਟਾ ਹੋਇਆ ਸੀ। ਨਹੀਂ ਮਰੀਜ਼ ਤੋਂ ਇਲਾਵਾ ਤੁਹਾਡੇ ਘਰ ਵਾਲੇ ਵੀ ਤੇ ਹੋਣਗੇ ਨਾ ਅਟੈਂਡੈਂਟ? ਇੱਕ ਘਰ ਵਾਲੇ ਮੇਰੀ ਵੱਡੀ ਬਾਜੀ ਸੀ ਬਸ, ਤੇ ਉਹਦੀ ਬੇਟੀ ਸੀ। ਅੱਛਾ, ਤੁਹਾਡੀ ਹਾਂ, ਬਾਜੀ ਸੀ। ਉਹ ਬਾਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਚਾਹ ਦਾ ਪਤਾ ਕਰਨ ਗਈ ਵੀ ਚਾਹ ਪੀਣੀ। ਸੁਬਹ 6 ਵਜੇ ਡੇ ਸੀ। ਬਾਜੀ 15 ਮਿੰਟਾਂ ਬਾਅਦ ਅੰਦਰ ਆਏ ਨੇ ਤੇ ਉਹਨਾਂ ਨੇ ਵੇਖਿਆ ਬੱਚੀ ਨਹੀਂ ਹੈਗੀ, ਉਹਨਾਂ ਦੀ ਬੇਟੀ ਸੁੱਤੀ ਪਈ ਹੈ। ਉਹਦੇ ਨਾਲੋਂ ਕੋਈ ਚੁੱਕ ਕੇ ਲੈ ਗਿਆ। ਠੀਕ ਹੈ। ਤੇ ਉਹਨੇ ਰੋਲਾ ਮਚਾ ਦਿੱਤਾ ਹੈ ਕਿ ਵੀ ਬੱਚੀ ਕਿੱਧਰ ਗਈ ਚਲੀ, ਬੱਚੀ ਕਿੱਧਰ ਗਈ ਚਲੀ। ਇੰਨੀ ਦੇਰ ਨੂੰ ਸਾਰੀ ਦੁਨੀਆ ਇਕੱਠੀ ਹੋ ਗਈ ਕਿ ਬੱਚੀ ਕਿੱਧਰ ਚਲੀ ਗਈ। ਤੁਸੀਂ ਲਹਿਦਾ ਰੂਮ? ਹਾਂ, ਮੈਂ ਲਹਿਦਾ ਰੂਮ 'ਚ ਸਾਂ, ਬੇਹੋਸ਼ੀ ਦੀ ਹਾਲਤ 'ਚ ਸਾਂ। ਅੱਛਾ, ਸਹੀ। ਤੁਹਾਨੂੰ ਉਹ ਸਵੇਰ ਹੋਸ਼ ਆਇਆ ਉਦੋਂ ਤੋਂ ਬਾਅਦ? ਹਾਂ, ਫਿਰ ਮੈਨੂੰ ਹੋਸ਼ ਆਈ ਹੈ ਨਾ ਸੁਬਹ। ਉਨੀ ਦਿਨ 12 ਘੰਟੇ ਹੋ ਗਏ ਸੀ। ਅੱਛਾ, ਬੱਚੀ ਗਾਇਬ ਹੋਈ? ਹਾਂ। ਅੱਛਾ, ਤੇ ਹੋਸ਼ ਆਈ ਤੇ ਮੈਨੂੰ ਪਤਾ ਚੱਲਿਆ ਮੇਰੀ ਬੱਚੀ ਗਾਇਬ ਹੋ ਗਈ ਹੈ। ਮੈਂ ਤੈਨੂੰ ਸਵਾਰ ਕੇ ਵੇਖਿਆ ਤੱਕ ਵੀ ਨਹੀਂ ਸੀ। ਆਈਏ ਗੌਰ ਨਾਲ ਵੇਖਿਆ? ਤੁਸੀਂ ਤੇ ਬੇਹੋਸ਼ ਸੀ? ਹਾਂ, ਸਹੀ। ਕਾਫੀ ਪਰੇਸ਼ਾਨੀ ਹੋਈ। ਹਾਂ ਬਾਈ, ਬਹੁਤ ਮੁਸ਼ਕਲ ਵਕਤ ਗੁਜ਼ਰਦਾ ਗਿਆ। ਸਾਨੂੰ ਤੇ ਇੰਜ ਲੱਗਦਾ ਸੀ ਸਾਡੀ ਬੱਚੀ ਨਹੀਂ ਸਾਨੂੰ ਮਿਲਣੀ, ਪਰ ਅੱਲਾ ਦਾ ਸ਼ੁਕਰ ਹੈ ਸਾਡੇ ਘਰ ਵਾਲੇ ਬੜੇ ਪਰੇਸ਼ਾਨ ਸੀ ਕਿ ਅੱਲਾ ਦਾ ਸ਼ੁਕਰ ਹੈ ਕਿ ਬੱਚੀ ਸਾਡੀ ਮਿਲ ਗਈ। पंजाब पुलिस वालों का बहुत शुक्रिया। नाजरीन, उस नन्ही सी जो परी है, नौमौलूद बच्ची जिसे अगवा किया गया, अब उसका नाम भी रख लिया गया, दुआ फातिमा उसका नाम है। और वो अब तकरीबन जो है 7 से 8 रोज़ की वो बच्ची है। उसके वालिद की ज़ुबानी ही जानते हैं कि किस तरह से उनको इत्तला मिली कि उनकी बच्ची जो है वो अस्पताल से ही अगवा हो गई। फिर किस तरह से जद्दोजहद की उसे तलाश करने के लिए, पुलिस का क्या किरदार रहा और उन्होंने क्या कुछ किया। भाई की नाम? अमीन साहब जी। अमीन साहब, पहले तो बहुत मुबारक हो गए, अल्लाह पाक ने पहले रहमत दी, फिर थोड़ी जी जहमत हुई, तू किसी ने अगवा कर लिया, फिर उस तो बाद दोबारा ओदी खुशी वापस आ गई वो बच्ची जी जी। किवें टाइम गुजरिया, किवें वक्त, किवें पता लगा ते की कुछ किया है सारी सूरत हाल दे विच? सर जो पता लगा बच्ची गुम गई तो सर मैं तो ज़हनी तवाज़ुन अपना खो बैठा सी। ज़ाहिरी जी गल। तो सर मैं 1-2 बारी बस थोड़ा अपने आप को नुकसान पहुँचाने की भी कोशिश की थी। अच्छा। तो लेकिन भाइयों ने फड़ फुड़ के मैनू बचा लिया। नहीं वो तो बच्चे ने, बाकी तो सर बहुत ज़्यादा ते कम है हिम्मत करनी। हाँ जी सर, थोड़ी जी होश आई तो 1-5 ते कॉल की थी। अच्छा। और पुलिस वाले ने आके तलाश किया है ਤੇ 3-4 दिन तलाश करने के बावजूद उन्होंने मेरी बच्ची ढूंढ के मैनू दे दी। सही। ते ए बच्ची की नाम है? तीसरी माशाल्लाह बेटी है? ए दूसरी बेटी है, एक बेटा है। मतलब 3 बच्चे? 3 बच्चे जी जी। हाँ, मतलब है तीसरी बेटी, 2 बेटियां ते एक बेटा है। की करदे हो अमीन साहब तुसी? पेंट दा काम सर करदा। अच्छा, मजदूरी करदा जी। सही है। कित्थे दे रहन वाले हो? सर असीं बड़ चौंक रहने, चंद्राए रोड बड़ चौंक, बाबा फरीद कलोनी। ਤੇ ਕਿੰਨੇ ਅਰਸੇ ਤੋਂ ਇੱਥੇ ਹੀ ਦੇ ਰਹਿਣ ਵਾਲੇ ਹੋ ਬਾਈ? ਇੱਧਰ ਦੇ ਰਹਿਣ ਵਾਲੇ? ਹਾਂਜੀ, ਜੰਬਦਾਸ਼ ਇੱਥੋਂ ਦੀ। ਸਹੀ। ਇਹ ਹਸਪਤਾਲ ਜਿਹੜਾ ਹੈ ਕਿਸੇ ਹੋਰ ਸਰਕਾਰੀ ਹਸਪਤਾਲ ਚ ਨਹੀਂ ਗਏ ਤੇ ਇੱਧਰ ਪ੍ਰਾਈਵੇਟ ਕੀ ਇੱਥੇ ਹੀ ਚੈਕਿੰਗ ਕਰਵਾਉਂਦੇ ਸੀ ਜਾਂ ਪਹਿਲੇ ਵੀ ਬੱਚੇ ਹੀ ਇੱਥੇ ਪੈਦਾ ਹੋਏ ਨੇ? ਨਹੀਂ ਸਰ, ਇੰਨੀ ਗੁੰਜਾਇਸ਼ ਨਹੀਂ ਸੀ ਹੈ। ਹਸਪੀਟਲ ਗਏ ਸੀ ਅਸੀਂ ਪਹਿਲੇ, ਉਹਨਾਂ ਨੇ ਨਾ ਫੜਿਆ ਨਹੀਂ ਹੈ ਟਾਈਮ ਦੇ ਟਾਈਮ। ਉਹਨਾਂ ਨੇ ਕਿਹਾ ਅਸੀਂ ਨਹੀਂ ਕੇਸ ਕਰ ਸਕਦੇ ਤੁਹਾਡਾ, ਹੁਣ ਤੁਸੀਂ ਬਾਈ ਪ੍ਰਾਈਵੇਟ ਹੀ ਕਰਵਾ ਲਓ। ਸਹੀ। ਤੇ ਫਿਰ ਬਾਹਰੋਂ ਇਹਨਾਂ ਨਾਲ ਗੱਲ ਕੀਤੀ ਸੀ, ਇਹਨਾਂ ਨੇ 26,000 ਰੁਪਇਆ ਲਿਆ, ਅਸੀਂ ਆਪਰੇਟ ਕਰਾ ਲਿਆ, ਫਿਰ ਮੁਤਮਿਨ ਹੋ ਗਿਆ ਇਹਨਾਂ ਤੇ।
ਆਪਰੇਸ਼ਨ ਹੋਇਆ ਤੇ ਪਹਿਲੇ ਵੀ ਬੱਚੇ ਆਪਰੇਟ ਹੀ ਹੋਇਆ ਹੋਏਗਾ ਪਹਿਲੇ? ਹਾਂਜੀ 3 ਬੱਚੇ ਨੇ, ਤਿੰਨੇ ਵੀ ਆਪਰੇਟ ਹੋਏ। ਸਹੀ ਜੀ। ਸਹੀ। ਤੇ ਕਿਵੇਂ ਮਤਲਬ ਮਾਮਲਾ ਫਿਰ ਚੱਲਦੇ ਰਹੇ? ਕਿਹਨੂੰ ਸ਼ਾਮਲੇ ਤਫਤੀਸ਼ ਕੀਤਾ? ਤੁਹਾਨੂੰ ਕੀ ਲੱਗਦਾ ਸੀ ਕਿੱਥੇ ਚਲੀ ਗਈ ਬੱਚੀ, ਕਿਹਦੇ ਕੋਲ ਹੋਏਗੀ ਔਰ ਕਿਵੇਂ ਮਿਲੀ ਫਿਰ ਬੱਚੀ? ਸਰ ਬੱਚੀ ਇੱਕ ਵਾਰੀ ਤੇ ਦਿਲ ਛੋਟਾ ਕਰ ਦਿੱਤਾ ਸੀ ਮੈਂ ਕਿ ਮੈਨੂੰ ਹੁਣ ਬੱਚੀ ਬਹੁਤ ਮੁਸ਼ਕਲ ਹੋ ਜਾਣੀ, ਹੁਣ ਨਹੀਂ ਲੱਭੇਗੀ। ਸਹੀ। ਮੈਂ ਪਹਿਲੇ ਵੀ ਖਬਰਾਂ ਤਾਂ ਸੁਣਦਾ ਹੀ ਸਾਂ, ਨਿਊਜ਼ ਸੁਣਦਾ ਸੀ, ਲੇਕਿਨ ਮੁਸ਼ਕਲ ਉਮੀਦ ਛੱਡ ਗਿਆ ਸੀ ਦਿਲ। 15 ਤੇ ਫੋਨ ਕਿੰਨੇ ਕੀਤਾ ਜਾਂ ਪੁਲਿਸ ਨੂੰ ਕਿੰਨੇ ਤਲਾਹ ਦਿੱਤੀ? ਸਰ ਮੈਂ ਹੀ ਕੀਤਾ 15 ਤੇ ਫੋਨ, ਤੇ 15 ਵਾਲੇ ਆਏ ਨੇ ਤੇ ਆ ਕੇ ਉਹਨਾਂ ਨੇ ਪੁੱਛਿਆ, ਦੱਸਿਆ ਕੀ ਗੱਲਬਾਤ ਹੋਈ, ਕੀ ਮਾਮਲਾਤ ਹੋਏ ਨੇ, ਉਹਨਾਂ ਨੂੰ ਸਾਰਾ ਮਸਲਾ ਸਮਝਾਇਆ। ਇਹ ਸਾਰਾ ਇਹ ਵਾਕਿਆ ਸਾਡੇ ਨਾਲ ਹੋਇਆ। ਰਾਤੀ ਬੱਚੀ ਹੋਈ ਹੈ, ਸਵੇਰ 6 ਵਜੇ ਕੋਈ ਬੱਚੀ ਲੈ ਗਿਆ ਚੁੱਕ ਕੇ। ਅੱਛਾ ਸਹੀ ਹੈ। ਤੇ ਉਹਨਾਂ ਨੇ ਫਿਰ ਆਪਣੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਤੇ ਮੈਂ ਬੀਵੀ ਮੇਰੀ ਬਿਮਾਰ ਸੀ, ਮੈਂ ਫਿਰ ਦਵਾਈਆਂ ਨਾਲ ਇਹਨਾਂ ਦੇ ਲਾਗੇ ਰਿਹਾ, ਇਹਨਾਂ ਦਾ ਖਿਆਲ ਰੱਖਦਾ ਰਿਹਾ। ਉਸ ਤੋਂ ਬਾਅਦ ਇੱਕ ਦਿਨ ਗੁਜ਼ਰਿਆ, ਦੂਸਰੇ ਦਿਨ ਮੈਨੂੰ ਪੁਲਿਸ ਵਾਲੇ ਮਿਲੇ ਨੇ ਜਿਹੜੇ ਤਫਤੀਸ਼ੀ ਸਨ। ਉਹਨਾਂ ਨੇ ਮਿਲ ਕੇ ਤਸੱਲੀ ਦਿੱਤੀ ਹੈ ਕਿ ਯਾਰ ਤੂੰ ਪਰੇਸ਼ਾਨ ਨਾ ਹੋ, ਤੇਰੀ ਬੱਚੀ ਤੈਨੂੰ ਇਨਸ਼ਾਅੱਲਾ ਲੱਭ ਕੇ ਦਾਂਗੇ, ਇਨਸ਼ਾਅੱਲਾ ਲੱਭਾਂਗੇ ਤੇਰੀ ਬੇਟੀ ਨੂੰ, ਤੇਰੀ ਨਹੀਂ ਸਾਡੀ ਵੀ ਬੇਟੀ ਹੈ। ਤੇ ਜਦੋਂ ਅਗਵਾ ਹੋਈ ਹੈ ਤਾਂ ਚੰਦ ਘੰਟਿਆਂ ਦੀ ਹੋਏਗੀ ਉਦੋਂ ਤੇ ਬੇਟੀ? ਜੀ ਸਰ 6 ਘੰਟਿਆਂ ਦੀ 6 ਘੰਟਿਆਂ ਜੀ। ਅੱਛਾ ਫਿਰ ਅੱਗੇ ਕੀ ਕੀਤਾ ਪੁਲਿਸ ਵਾਲਿਆਂ ਨੇ ਕਿਹਾ ਜਦੋਂ? ਅੱਗੇ ਸਰ ਫਿਰ ਉਹ ਕੈਮਰੇ ਚੈੱਕ ਕਰਨ ਲੱਗ ਪਿਆ ਨਾ, ਰੋਡਾਂ ਦੇ ਗਲੀਆਂ ਦੇ ਸਾਰੇ। ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਬਣੀ। ਨਾਲ ਮੈਂ ਦੱਸਦਾ ਰਿਹਾ ਆਪਣੀ ਵਾਈਫ ਨੂੰ ਵੀ ਕਿ ਬੱਚੀ ਹਲੇ ਤੱਕ ਨਹੀਂ ਮਿਲੀ। ਤੇ ਉਮੀਦ ਹੈਗੀ ਸੀ ਤੁਹਾਨੂੰ? ਜਿਹਨਾਂ ਨੂੰ ਨਹੀਂ ਸੀ ਉਮੀਦ ਕਿ ਬੱਚੀ ਨਹੀਂ ਮਿਲਣੀ, ਤੁਹਾਨੂੰ ਉਮੀਦ ਹੈਗੀ ਸੀ? ਹਾਂਜੀ ਸਰ, ਮੈਂ ਇਹਨਾਂ ਨੂੰ ਵੇਖਿਆ ਸੀ ਮੁਲਾਜ਼ਮਾਂ ਨੂੰ ਜਿਵੇਂ ਕੰਮ ਕਰ ਰਿਹਾ ਸੀ ਨਾ, ਮੈਂ ਕਿਹਾ ਮੈਨੂੰ ਲੱਗਦਾ ਹੈ ਕਿ ਮੇਰੀ ਬੱਚੀ ਮਿਲ ਜਾਏਗੀ। ਸਹੀ। ਔਰ ਉਂਝ ਜਿਵੇਂ ਦਿਲ 'ਚ ਹੈ ਸੀ ਉਮੀਦ, ਅੱਲਾਹ ਸੋਨੇ ਨੇ ਮੇਰੀ ਪੂਰੀ ਕਰ ਦਿੱਤੀ ਹੈ। ਅੱਲਾਹ ਤਾਲਾ ਦੀ ਰਹਿਮਤ ਹੋਈ है, मेरी बेटी मैंने मिल गई। शुक्र अल्लाह पाक दा। तो मोहल्ले वालों ने भी मेरे साथ बहुत अच्छा ताउन किया है। अच्छा। हाँ, मोहल्लेदार भी नाल सी नाल सी। हाँ जी, यार दोस्त जितने भी मोहल्लेदार हमसाए उन्होंने बहुत अच्छा ताउन किया है। कोई परेशानी किसी किस्म की भी, उन्होंने कहा हम हाजिर हैं। तो लेकिन बस अल्लाह का शुक्र ही करते हैं। कितने दिन बच्ची जड़ी है वो कितने दिन बाद बाजियाब हुई? सर 4 दिन हो गए हैं, 4-5 दिन हो गए हैं। अगवा होने तो 4 दिन बाद 21 तारीख की गुम हुई है, सुबह 6 बजे की। सही है। हाँ, तो कल मिली है। कल मिली है जी, कल उन्होंने पुलिस ने कल ढूंढ के दे दिए मुझे। अच्छा। हाँ जी सही है। ते मतलब 4 दिन बाद मिल गई, 25 ਨੂੰ ਮਿਲ ਗਈ। 21 ਨੂੰ ਅਗਵਾ ਹੋਈ ਤੇ 25 ਨੂੰ ਕਿਸ ਟਾਈਮ ਮਿਲੀ? सुबह। हाँ जी, सुबह 9-10 बजे का टाइम सी तकरीबन। 9-10 ਵਜੇ ਦਾ। ਮੁਲਜ਼ਮਾਨ ਵੀ ਗ੍ਰਿਫਤਾਰ ਕਰ ਲਏ ਪੁਲਿਸ ਨੇ? हाँ जी सर। ਜਾਣਦੇ ਸੀ ਪਹਿਲੇ, ਕਦੀ ਵੇਖਿਆ ਸੀ ਉਹਨਾਂ ਨੂੰ ਕਿ ਨਹੀਂ? ਨਹੀਂ ਸਰ, ਦੇਖਿਆ ਸੀ ਮਹੱਲੇ ਦੇ ਵਿੱਚ ਹੀ ਰਹਿੰਦੇ ਨੇ। ਹਾਂ, ਸਾਡੇ 4-5 ਗਲੀਆਂ ਛੱਡ ਕੇ। ਅੱਛਾ। ਕਰੀਬੀ ਆਇਆ ਸਨ, ਲੇਕਿਨ ਸਾਨੂੰ ਸ਼ੱਕ ਸ਼ੁਕ ਉਹਨਾਂ ਤੇ ਕਦੀ ਐਸਾ ਵੈਸਾ ਮਾਮਲਾ नहीं होया। अच्छा। हाँ, लेकिन वो पुलिस वालों ने अपने तरीके से कार्रवाई की है। सही। और उन्होंने पकड़ लिया उनको। सही। ਤੇ ਉਹਨਾਂ ਨੇ ਟਾਰਗੇਟ ਕਰਕੇ ਉਹਨਾਂ ਨੂੰ ਪਤਾ ਹੋਏਗਾ ਕਿ ਤੁਹਾਡੇ ਘਰ ਬੇਟੀ ਹੋਈ ਹੈ, ਇਸ ਕਰਕੇ ਉਧਰ ਜਾ ਕੇ ਅਗਵਾ ਕੀਤੀ? ਸਰ ਇਹ ਤਾਂ ਮੁਝੇ ਨਹੀਂ ਪਤਾ। ਹੋਰ ਕੋਈ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਹਸਪਤਾਲ 'ਚ ਇੰਜ ਬੱਚੇ ਹੁੰਦੇ ਨੇ, ਬੱਚੀਆਂ ਹੁੰਦੀਆਂ, ਅਗਵਾ ਹੋ ਜਾਂਦੇ ਨੇ? ਕੀ ਕਰਨਾ ਚਾਹੀਦਾ ਤੁਹਾਡੇ ਤੇ ਇਹ ਗੁਜ਼ਰਿਆ ਮਾਮਲਾ? ਮੈਸੇਜ ਸਰ ਇਹ ਹੀ ਦੇਣਾ ਚਾਹ ਰਹੇ ਹਾਂ ਕਿ ਅਗਰ ਕੋਈ ਐਸਾ ਵੈਸਾ ਮਸਲਾ ਹੈ ਜਾਂ ਤੇ ਪਹਿਲੇ ਤੇ ਸਰਕਾਰੀ ਹਸਪੀਟਲ ਜਾਣਾ ਚਾਹੀਦਾ। ਇਹਨਾਂ ਕੋਲ ਇੰਨਾ ਕੋਈ ਹੈ ਪ੍ਰੋਟੋਕੋਲ ਨਹੀਂ ਹੁੰਦਾ। ਸਹੀ। ਕੋਈ ਕੈਮਰਾ, ਕੋਈ ਗਾਰਡ ਵਗੈਰਾ ਨਹੀਂ ਹੁੰਦੇ। ਸਹੀ। ਤੇ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਹੈ। ਅਗਰ ਜੇ ਕੋਈ ਉੱਥੇ ਹਰ ਤਰ੍ਹਾਂ ਦੀ ਸਹੂਲਤ ਮਿਲ ਜਾਂਦੀ ਇਨਸਾਨ ਨੂੰ। ਕੈਮਰੇ ਲੱਗੇ ਨੇ, ਅਗਰ ਉਹ ਬੱਚਾ ਗੁੰਮ ਹੋ ਜਾਵੇ ਤੇ ਵੇਖ ਕੇ ਲੱਭ ਲੈਂਦੇ ਨੇ। ਗਲਤੀ ਮੇਰੇ ਕੋਲ ਹੋਈ ਹੈ ਸਰ, ਮੈਂ ਰਾਤ ਨੂੰ ਜਰਾ ਚਲਾ ਗਿਆ ਨਾ ਘਰ ਨਹੀਂ ਜਾਣਾ ਚਾਹੀਦਾ ਸੀ ਮੈਨੂੰ। ਅਗਰ ਉੱਥੇ ਹੀ ਰਹਿ ਜਾਂਦਾ ਮੈਂ ਤੇ ਸ਼ਾਇਦ ਮੇਰੀ ਬੱਚੀ ਨਾ ਲੈ ਕੇ ਜਾਂਦੇ। ਹਾਂ, ਬਾਹਰ ਬੈਠੇ ਸੀ ਸੜਕ ਤੇ, ਲੇਕਿਨ ਇਹ ਇੱਕ ਪ੍ਰਾਈਵੇਟ ਸੀ ਨਾ ਹਸਪੀਟਲ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਚਲੇ ਜਾਓ, ਕੋਈ ਮਸਲਾ ਨਹੀਂ, ਹੁਣ ਬੱਚੀ ਤੁਹਾਡੀ ਮਿਲ ਠੀਕ ਹੈਗੀ ਹੈ, ਹਰ ਸ਼ੈ ਦੀ ਜ਼ਰੂਰਤ ਪੂਰੀ ਹੈ, ਤੇ ਤੁਸੀਂ ਸਵੇਰ 8 ਵਜੇ ਨਾਸ਼ਤਾ ਲੈ ਆਣਾ। ਤਾਂ ਅਸੀਂ ਸਵੇਰ 8 ਵਜੇ 6 ਵਜੇ ਉਹਨਾਂ ਨੇ ਫੋਨ ਕਰ ਦਿੱਤਾ ਕਿ ਵੀ ਤੁਹਾਡੀ ਬੱਚੀ ਗੁੰਮ ਹੋ ਗਈ, ਗਵਾਹ ਹੋ ਗਈ। ਚਲੋ ਬਹੁਤ ਮੁਬਾਰਕ ਹੋਵੇ, ਅੱਲਾਹ ਪਾਕ ਤੁਹਾਨੂੰ ਮਜ਼ੀਦ ਖੁਸ਼ੀਆਂ ਵਿਖਾਏ। नाज़रीन, इस वक्त हमारे साथ इंचार्ज इन्वेस्टिगेशन थाना कोट लखपत राना नईमुल्ला खान साहब मौजूद हैं अपनी टीम के हमरा। बशारत अली साहब जो इस केस के तफ्तीशी हैं और उनके साथ अब्दुल खालिक साहब।
जिन्होंने इस केस पर ख़ास तौर पर बड़ा काम किया और दिन रात मेहनत की, और उस मेहनत का ये सिला मिला कि 3 रोज़ के अंदर अंदर वो नौमौलूद बच्ची जो है वो अपने वालिदैन के सुपुर्द हो गई, उनके पास वापस चली गई। पहले तो राना साहब, आपको और आपकी टीम को बहुत बहुत मुबारक हो, क्योंकि एक बच्चा या बेटा या बेटी, उसकी हसासियत वालिदैन ही समझ सकते हैं जिनके यहाँ हुई, वो कितनी परेशानी से गुजरे होंगे। और आपने ख़ास तौर पर जिस तरह से स्ट्रगल की, सबसे पहले ये बताइएगा इस केस की तफ्तीश का आगाज़ किस तरह से किया आप? सलमान साहब, आपका शुक्रिया, आप तशरीफ़ लाए। ये 21 तारीख का वाक़या अर्ली मॉर्निंग कोई 6:15 बजे का ये वक़ूआ है, और कोई 6:30 बजे के करीब हमें इतला मिल गई थी। तो हमें फ़ौरी तौर पे ये सुबह सवेरे क्योंकि ये बड़ा हसास नौइयत का केस होता है, तो इसमें बड़ी मतलब पैनिक भी फैलता है सोसाइटी में। एक सोसाइटी 6 घंटों की मतलब बच्ची, नौमौलूद बच्ची, जी बिल्कुल, एक सेंस ऑफ इनसिक्योरिटी भी प्रिवेल करती है, बिल्कुल लाकानूनीत और एहसास अदम तहफ़्फ़ुज़ भी इससे पैदा होता है। बिल्कुल। तो हमने फ़ौरी तौर पे जो है ना इसकी हसासियत को समझते हुए सीनियर कमांड की अहकामात की रोशनी में, वो भी सारे ऑन बोर्ड थे हमारे साथ सीनियर कमांड, तो हमने अपनी तमाम जो मेरे पास थाने की अवेलेबल स्ट्रेंथ थी वो सारे के सारे मैंने मौके पे बुलवा लिए। तमाम नफरी जितनी तमाम स्ट्रेंथ जो अवेलेबल थी उस वक्त, सही, वो सब के सब मैंने बुलवा लिए और क्राइम सीन पे खुद जाके कोई 2-3 घंटे गुजारे। और उसके बाद हमने अपना जो है ना वो रोड मैप बना लिया कि हमने करना क्या है। और मज़े की बात जो है, वो हैरानी की बात आपको बताऊं कि वो जो क्राइम सीन है वहाँ पे कोई भी CCTV फुटेजेस वगैरह कैमराज इंस्टॉल नहीं थे, और ना ही ऐसी कोई एविडेंस हमें उस हॉस्पिटल में भी नहीं जहाँ से ये वारदात हुई। जी अच्छा। उसके बाद ये थोड़ा सा हमारे लिए परेशान कुन था कि हमें CCTV कैमराज अगर इंस्टॉल हों तो सारी वो आसानी हो जाती है, मुश्किल हो गई। जी बिल्कुल। उसके बाद हमने जो इर्द गिर्द के घर थे, जो फैक्ट्रियाँ थी वहाँ पे, जो और चीज़ें थी, उनकी सर्च जब शुरू की तो सामने एक गोदाम में हमें कुछ कैमराज जो हैं वो नज़र आए। सही। अब मसला ये था कि वो जो कैमराज हैं क्या उनका व्यू इस चीज़ को कवर कर रहा है या नहीं कर मतलब वो दूर होंगे, कुछ फासले पर होंगे। उसके लिए फिर मेरे पास अजमल ASI साहब हैं, वो बड़े मुस्तनद और अच्छे डिटेक्टिव हैं, उनको मैंने डिप्यूट किया। उनके साथ हमारा एक लड़का नदीम है, वो मेरी टीम का हिस्सा है, बड़ा एक्टिव और प्रोएक्टिव मतलब पुलिस ऑफिसर है वो, उनको मैंने डिप्यूट किया। उसके बाद बिशारत साहब को मैंने अलग डायरेक्शन में भिजवाया। बाकी जो 3 टीमें थी मेरी, उनको मैंने और डायरेक्शन में भिजवाया। मतलब आपने 5 टीम में ही उनमें से पूरी नफरी में से तश्कील दे के अलग-अलग जी बिल्कुल, मैंने जितने भी मुमकिन फरार के या आने के रास्ते थे उन तमाम रास्तों को कवर कर दिया। इन टीम्स को मैंने जो है वो डिप्यूट कर दिया, और मैं ख़ुद भी वहाँ पे मौजूद था इनके साथ, और एक टीम के साथ लाइव जोन में भी था, एक टीम के साथ राब्ते में भी था। स्पेशल हमने एक व्हाट्सएप ग्रुप जो है वो इस केस की तफ्तीश के हवाले से बना लिया। अच्छा। और जितने भी हमारे ये टीम्स थी अपना काम कर रही थी, जो भी ये डाटा कलेक्ट कर रहे थे, ये सारा अपडेट होती थी उस ग्रुप में जो स्पेसिफिकली इस केस के लिए था, उसमें ये फीड कर रहे थे सारे। सही। तो सबसे पहली जो हमें कामयाबी हुई वो अजमल साहब की तरफ से हुई, अजमल ASI साहब की तरफ से, कि उन्होंने वो फुटेज हासिल कर ली जिसमें ये खातून जो मुलज़मा है और इसका साथी जो है, इनका आने वहाँ पे हमें कंफर्म हो गया। अच्छा। और बच्ची को लेके जाना इनका कंफर्म हो गया। अच्छा, उसमें वाज़े तौर पर ये दिखाई दे रहे थे कि बस पता लग रहा था कि खातून और एक लड़का है। वो चूँकि कैमराज थोड़े से दूर इंस्टॉल थे तो इतनी क्लियर उनकी जो है वो तस्वीरें नज़र नहीं आ रही थी, लेकिन ये महसूस हो रहा था, ये पता चल रहा था कि एक खातून है और उसके साथ एक लड़का है। ठीक है। फिर हमने वो वाला जो क्लू है उसको आगे जो है वो कैपिटलाइज किया है, उसे लेके बाकी जो टीम्स थी उन सबको ये दिया वो वाली फुटेज जो है। सही। उस फुटेज को लेके फिर हम आगे चले हैं, और जो अगली मेरी टीम्स थी उन्होंने वो वाले हुलिये और वो बाइक, वो खातून और वो बच्ची उनके पास, उस हवाले से फिर उनको ट्रैक आउट करना शुरू कर दिया। थोड़ा आगे चल के हमारे पास हम उसको ट्रैक करते गए हैं, और एक जगह ऐसी आ गई कि जहाँ पे बिल्कुल डेड एंड हो गया। CCTV कैमराज वगैरह, चूँकि थोड़ी ये लो प्रोफाइल आबादी है, देहाती सा माहौल है, लोगों यहाँ पर ज़्यादा लोगों के CCTV कैमराज वगैरह इंस्टॉल करने का इतना रिवाज नहीं है। तो हमें बिल्कुल डेड एंड हो गया था। तो एक वक्त ऐसा भी हम पे गुजरा था कि हमें डेड एंड हो गया, और आपको पता है ये नौमौलूद बच्ची जो है इसको तलाश करना बहुत मुश्किल है, बल्कि मतलब नामुमकिन भी कहा जाए तो वो भी
बात गलत नहीं है, क्योंकि वो बच्ची है, उसने घर में ही होना है और उसे रखना है, किसी भी जगह पे रखा जा सकता है। जी बिल्कुल सही। इस दौरान फिर जो हमारी जो डिजिटल फोरेंसिक है, CDRs वगैरह, वो भी हमने हासिल की। इस बच्ची की जो ताई थी, जो इसकी वालदा की जिसका ऑपरेशन हुआ था, उसके पास एज अटेंडेंट रात को मौजूद थी। सही। उसको भी हमने इंटेरोगेट किया। अच्छा, उन्हें भी शामिल तफ्तीश किया, और उनके जो ताया थे उनको भी शामिल तफ्तीश किया, जो वहाँ पे हॉस्पिटल पे दूसरी फैमिली थी। हर जाविये से, मुख्तलिफ पहलुओं से तफ्तीश जो है जी बिल्कुल, हमने हर एक एंगल को एक्सप्लोर करने की कोशिश की और हमने किया। सही। क्योंकि हमारे लिए ये केस जो है ना, ये एक टेस्ट केस था। चैलेंज में सीनियर कमांड की तरफ से क्लियर कट हुक्म था। हमारे ASP साहब डॉक्टर साद खान अफरीदी साहब स्पेशली जो है उन्होंने विज़िट भी किया, क्राइम सीन को भी विज़िट किया, और हर घंटे के बाद उनकी कॉल आती थी और वो अपडेट ले रहे थे। सही। इसी तरह से SP साहब भी मुसलसल मॉनिटरिंग कर रहे थे, आला हुकाम भी इस केस की। जी बिल्कुल, यानी किसी भी हम तो थे ही ऑन ग्राउंड मौजूद थे, जो सीनियर कमांड थी उन्होंने अपनी तमाम तर मसरूफियात के बावजूद भी इस केस से सर पे नज़र नहीं किया और ना हमें करने दिया। सही, बिल्कुल। उसका नतीजा ये निकला है कि अल्लाह करीम की रहमत हुई और हम इसमें सुरखरू हुए हैं। सही। वो किस तरह से और कितना टाइम लग गया आप एक को जद्दोजहद करते हुए, कितने दिन लग गए और आखिरकार कहाँ पर पहुँचे, कैसे गिरफ्तारी अमल में लाई गई, वो भी बताइएगा। ये सलमान साहब, जब हम डेड एंड पे पहुँच गए, आगे कैमराज वगैरह नहीं थे, तो CDRs वगैरह भी हमें हेल्प आउट करने से फिर उस लिहाज से थोड़ा सा कसर रही, तो फिर हमने ह्यूमन इंटेलिजेंस पे जो है उसको फोकस करना शुरू सही, सही। उस पे हमने फिर रिलायंस अपना ज़्यादा कर दिया। ह्यूमन इंटेलिजेंस पे जब हम गए तो ये मेरे पास बशारत साहब हैं, ये इनकी काफ़ी ज़्यादा यहाँ पे नो हाउ है, अपना ये नेटवर्क है इनका, लोकल इन्फॉर्मर्स का। जो अगले साथी हैं अब्दुल खालिक साहब, ही इज़ वन मैन आर्मी। अच्छा। ये मेरा सुपर कॉप है, ठीक है जी। इसको स्पेशली मैंने इस केस के लिए डिप्यूट किया था और मैंने इसे कहा था कि जब तक ये केस हल नहीं होता हम में से कोई भी जो है वो चैन से नहीं बैठेगा। सही। और अल्हम्दुलिल्लाह इन्होंने मेरे अल्फाज की लाज रखी है और इन दिन रात मेहनत की है और अल्लाह के फजल से रिजल्ट आपके सामने है। बिल आखिर फिर आप 3 या 4 रोज बाद वहाँ पे पहुँच गए मौके पर? जी बिल्कुल, जब हमें वो डेड एंड जिस जगह पे हम हो गए थे तो हमें ये समझ आ गई कि ये जो सुराग है ये जहाँ आके अब ख़त्म हो रहा है, इसका मतलब है कि बच्ची इसी लोकेलिटी में ही कहीं किसी घर में किसी के पास है। ये हमारा गुमान था। इस गुमान पे फिर जो है ये शक था हमारा, इस शक पे हमने फिर आगे जो है वो ह्यूमन इंटेलिजेंस की मदद से घर घर तलाशी का अमल जो है वो शुरू कर दिया और हमने 2-3 जो लोकल ख़वातीन थी उनकी खिदमात भी इस सिलसिले में हासिल की। उनकी मेहरबानी, उन्होंने हमारी इमदाद की। सही। हमने उनकी खिदमात हासिल की और उनके थ्रू हमने एक एक घर को जो है वो चेक करवाया। सही। उस पर फिर हमें इतला मिली कि 2 घर ऐसे थे जिनमें नौमौलूद बच्चियों की आमद हुई थी। आमद जो भी। उसके बाद फिर हम पहला घर जो है वो हमने जब चेक किया तो उनके हाँ जो है वो प्रॉपर उनकी बेटी के घर बर्थ हुई थी। उन्होंने सारा हमें अपना रिकॉर्ड जो है वो प्रोवाइड किया, तो उनको फिर हमने तफ्तीश से एक्सक्लूड कर दिया। फिर हमारे पास दूसरी जो है इंफॉर्मेशन ये इस मुल्ज़मा के घर की थी कि इनके घर में भी कोई प्रेग्नेंट खातून मौजूद नहीं है, लेकिन इनके घर में एक नौमौलूद बच्चा देखा गया है। उस इन्फॉर्मेशन को फिर हमने कंफर्म करवाया, वही जो हमारे इमदादी थे, पहले आपको बताया लोकल इन्फॉर्मर्स जो थे उनकी मदद से। और वो लोकल इन्फॉर्मर सारे बशारत साहब के और अब्दुल खालिक साहब जो है हमारे, इनके ही राब्ते में थे और इनका ही नेटवर्क था। उस लोकल इन्फॉर्मर ने फिर हमें जब कंफर्म कर दिया कि वहाँ पे बच्ची मौजूद है, तो फिर हमने आगे जो है वो रेड किया और रेड करके हमने बच्ची को बाजियाब करवा लिया। सही। और जो वरसात साथ थे, फिर वरसा को जब दिखाया तो उन्होंने कंफर्म कर दिया कि ये उनकी बच्ची है और इस तरह से ये केस ट्रेस हो। आप इस केस के तफ्तीशी ऑफिसर हैं, हमारी मुल्ज़मा से, मरकज़ी मुल्ज़मा, उससे भी बात हुई, उसका जो भतीजा है उसके साथ भी गुफ्तगू हुई। मरकज़ी मुल्ज़मा जो है वो टाल मटोल से भी काम ले रही थी और काफ़ी शातिर लगती है। क्या आपने कोई इसकी बैकग्राउंड चेक की है, किस तरह की खातून है, पहले भी ऐसी कार्रवाइयों में मुलविस तो नहीं रह चुकी? क्या मतलब तफ्तीश में क्या कुछ सामने आया? पहले वाली कार्रवाइयों का तो कोई सुराग नहीं लग सका कि इसकी पहले इस तरह की एक्टिविटीज़ थी। बहरहाल इलाका मौज़ीन से थोड़ा करैक्टरलेस ज़रूर पता चला है। सही। बाकी जो भी है इसने ये बच्ची उठाई है
और अल्हम्दुलिल्लाह हमने ये दिन रात अनथक मेहनत करके बाजियाब करवा ली है। सही। अच्छा, वो ये भी बयान में कह रही थी कि वो चेक करवाने गई है और ख़ास तौर पर उसके भतीजे को बिल्कुल नहीं पता था कि उसने ये क्या करना है। उसने कहा कि मैंने भतीजे को कहा कि चेकअप के लिए लेके चलो, लेकिन भतीजे से जब बात की है तो उसने इस बात की तरदीद की है, तस्दीक नहीं की। उसने कहा कि वो मिले हुए थे। इसमें थोड़ा सा बताइएगा कि मुल्ज़मा का मौक़िफ़ ये था कि ना उसके शौहर को पता था ना उसके भतीजे को पता था, उसने खुद ही अगवा की वारदात की है। इसमें शौहर इन्वॉल्व है नहीं है या उसका भतीजा इन्वॉल्व है, किस तरह से है वो बताइएगा। ये अपने भतीजे को जब ये चेकअप करवाने जाती थी इसने बताया था कमोबेश थोड़ा बहुत कि हमने ये काम करना है। सही। ये एक दो दफ़ा वक्तन फ़क्तन वहाँ पे गई है चेकअप करवाने के लिए। गालबन इसने 18/6 को भी वहाँ पे चेकअप करवाया है। ये जाती इसी नीयत से थी कि जब भी मेरा मिशन कामयाब हो मैं वहाँ से बच्चे को उठा लूँ, बच्ची हो या अच्छा, बच्चा एक ही हॉस्पिटल के इर्द गिर्द ये चक्कर जो लगा रही इसके अलावा भी अपने तौर पे करती रही है रैकी वगैरह। लेकिन जब ये अगले दिन सुबह गए हैं, सुबह का टाइम था, इनको ये लड़का बाहर खड़ा रहा होंडा 125 पे स्टार्ट हालत में, और ये ख़तून अंदर गई है। अंदर से इसको बच्चा एक बाहर से मिल गया बरामदे से लेटा हुआ, ये उठा के फरार हो गए हैं। अब्दुल खालिक साहब के बारे में इंचार्ज इन्वेस्टिगेशन कहते हैं कि ये वन मैन आर्मी है, बड़ी तारीफ़ कर रहे हैं आपकी, आपने दिल लगाकर इस केस में जद्दोजहद की और फिर कामयाबी मिली। खालिक साहब, क्या इस केस में क्या कुछ देखा, अपने ही तरीके से बयान करें जो भी आपने इसमें फ़ील किया। ख़ास तौर पर बच्चा या बच्ची किसी की अगवा हो जाती है, जब इंसान साहिब औलाद हो तो उसे अपने बच्चे भी याद आते हैं, तो ऐसी भी फीलिंग अटैच थी आपके साथ, क्या था सब कुछ वो बताइएगा। बिस्मिल्लाहिर्रहमानिर्रहीम। बहुत शुक्रिया, सद शुक्र अल्लाह का कि जिसने हमें इसमें कामयाबी दी, क्योंकि अल्लाह की मेहरबानी के अलावा हमारे पास कुछ भी नहीं है। जैसा कि इंचार्ज साहब ने बताया कि हमने हर एंगल से उसको चेक किया, हर जगह पे जो हमारे पास पॉसिबिलिटी थी हमने चेक किया, मगर हमें कोई भी सुराग नहीं मिला, कोई क्लू ऐसा नहीं मिल रहा था कि हम इसको ट्रैक कर सकें, आगे जा सकें। सही। तो फिर इन्होंने हमें गाइड किया। रास्ते बंद दिखाई दे रहे मगर मेरा ईमान है कि जहाँ पे हम सोचते हैं कि रास्ता बंद है वहाँ से अल्लाह रास्ता निकालता है हमारे लिए। सिर्फ और सिर्फ ये है कि हम भी साहिब औलाद हैं। अगर बच्चा एक 2 घंटे के लिए मिस हो जाता तो आप सोच सकते हैं कि वालिदैन पे क्या बीतती है। बिल्कुल। तो वो वालिदैन जिनकी एक नौमौलूद औलाद, अभी वालिदा ने उसको देखा भी नहीं। बिल्कुल। तो वो इस तरह मिस हो जाए तो फिर सोचें, ऊपर से बिल्कुल वो गरीब लोग हैं बिल्कुल ही, और मेंटालिटी लेवल भी आप सोच सकते हैं उनको किस तरह का होगा बेचारों का। मेरी बात भी मैं मिला उनसे, तो वो जब ये चीज़ें देखें खुद पे अपने आप पे तारीख करते हैं तो फिर महसूस होता है कि यार ये वो चीज़ नहीं है, हमें कुछ करना है। तो हमें अल्लाह का शुक्र है कि हमारे वो क्या कहते हैं कि जिसका कमांडर अच्छा होता है वो सेना भी अच्छी होती है। ऐसे ही इन्होंने हमारा हर जगह पे हमें बैकअप दिए रखा है। जहाँ पे हम ठहर गए हैं कि अब नहीं, इन्होंने हमें एक नया रास्ता दिया है, हम एक नई चीज़, एक नई सोच जो है वो दी है कि बेटा आप इस तरह करना है, ये चैलेंज है और ये इंसानियत की खिदमत है, ये हमने करनी है। तो अल्हम्दुलिल्लाह हमने पूरी कोशिश की, दिन रात एफर्ट की, हमारे साथ इंचार्ज साहब टच रहे, अफसरान बला टच रहे, बार बार हमें उन्होंने कोई नई से नई चीज़ दी और अल्लाह का शुक्र है हमने फॉलो किया। लोगों की पीआर जो पब्लिक रिलेशन है वो आपको पता है वो सबसे बेस्ट होता है। घर घर जहाँ दचकियाँ हुई थी वो चेक किए और जो भी हमारे पास पॉसिबल था हमने सारा कुछ किया। नाज़रीन, बेसब्री इंसान को ऐसी आजमाइश में डाल देती है जहां से निकलना उसके लिए नामुमकिन हो जाता है। इस केस में भी ऐसा ही हुआ कि एक बेऔलाद औरत ने अपनी गोद भरने के लिए एक दूसरी औरत की गोद उजाड़ने की भरपूर कोशिश की। लिहाजा हर मुश्किल वक्त में सब्र और तहम्मुल से काम ले ताकि इस तरह के भयानक नताइज का सामना न करना पड़ सके। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह ने के बाद।